ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਿੰਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ। ਰੂਪ ਰੰਗ ਹਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਗਣਿਜੈ। ਤਿਰ ਭਵਨ ਮਹੀਪ, ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਨ। ਕਰਮ ਨਾਮ ਵਰਣਤ ਸਮਤ, ਨਿਰੰਕਾਰ ਨਿਰਵਕਾਰ ਨਿਰਲੰਭ। ਆਦਿ ਅਨੀਲ ਅਨਾਦਿ ਅਸੰਭ, ਤਾ ਕਾ ਮੂੜ ਉਚਾਰਿਤ ਭੇਦਾ। ਜਾ ਕੋ ਭੇਵ ਨਾ ਪਾਵਤ ਬੇਦਾ। ਦਾਸ ਜਾਨ ਕਰ ਦਾਸ ਪਰ, ਕੀਜੈ ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹੇ, ਮਨ ਕਰਮ ਬਚਨ ਵਿਚਾਰ। ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰ ਮਨ ਤੇ ਕਬਹੂ ਨਾ ਡਰੋ। ਨਾ ਡਰੋ ਹਰ ਸੋ ਜਬ ਜਾਏ ਲਰੋ। ਨਿਸਚੈ ਕਰ ਆਪਣੀ ਚੀਤ ਕਰੋ। ਔਰ ਸਿੱਖੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤਾਂ ਉਚਰੋ। ਜਬ ਆਵ ਕਿਉਦ ਨਿਦਾਨ ਬਨੈ, ਅਤ ਹੀਰਨ ਮੈਂ ਤਬ ਜੂਝ ਮਰੋ। ਮੁਖ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਭਰਿਆਤ ਛੰਦ, ਰਚਾ ਬੈਰ ਬਾਦੰ। ਵਿਧਾਤੇ ਅਪਾਰੰ, ਜਿਸੈ ਸਾਧ ਸਾਕਿਓ ਨਾ ਕੋ ਸੁਧਾਰੰ। ਬਲੀ ਕਾਮ ਰਾਯੰ ਮਹਾ ਲੋਭ ਮੋਹੰ। ਗਇਓ ਕੌਣ ਬੀਰੰ, ਸੋ ਯਾਤੇ ਅਲੋਹੰ। ਰਚਾ ਬੈਰ ਬਾਦੰ, ਵਿਧਾਤੇ ਅਪਾਰੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ,
ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ, ਪਰਮ ਸਤਿਕਾਰਯੋਗ ਹੋ, ਜੋ ਨਿਤਨੇਮ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਬਾਣੀ ਪੜ੍ਹ ਸੁਣ ਕੇ ਗੁਰੂ ਗੁਰਮੰਤਰ ਨਾਲ ਜੁੜ ਕੇ ਸਿਮਰਨ ਕਰਕੇ ਲਾਹੇ ਲੈਂਦੇ ਹੋ। ਉਸ ਤੋਂ ਉਪਰੰਤ ਜੋ ਕਲਗੀਧਰ ਪਿਤਾ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਪਾਵਨ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਹੈ, ਉਸ ਦਸਮ ਗ੍ਰੰਥ ਸਾਹਿਬ ਦੀ ਬਾਣੀ ਸ੍ਰੀ ਬਚਿੱਤਰ ਨਾਟਕ ਦੀ ਆਪਾਂ ਜਿਹੜੀ ਕਥਾ ਸਰਵਣ ਕਰ ਰਹੇ ਹਾਂ, ਜਿਸ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਥਾ ਬਹੁਤ ਖੁੱਲ੍ਹ ਕੇ ਲਿਖੀ ਹੋਈ ਹੈ ਕਿ ਅਬ ਮੈਂ ਆਪਣੀ ਕਥਾ ਬਖਾਨੋ। ਉਸ ਕਥਾ ਵਿੱਚ ਗੁਰੂ ਸਾਹਿਬ ਜੀ ਨੇ ਆਪਣੀ ਕਥਾ ਲਿਖਣ ਤੋਂ ਪਹਿਲਾਂ ਉਸ ਵਾਹਿਗੁਰੂ ਦੀ ਉਸਤਤੀ ਕੀਤੀ। ਪਹਿਲੇ ਅਧਿਆਏ 'ਚ, ਦੂਸਰੇ ਅਧਿਆਏ 'ਚ ਸੋਢ ਬੰਸ ਕਿੱਥੋਂ ਉਤਪੰਨ ਹੋਇਆ ਉਹਦਾ ਦੱਸਿਆ। ਮਹਾਰਾਜ ਜੀ ਨੇ ਤਰ੍ਹਾਂ ਤਰ੍ਹਾਂ ਨਾਲ ਓਅੰਕਾਰ ਸ਼ਬਦ ਦੀ ਧੁਨੀ ਤੋਂ ਜਿਹੜੀ ਉਤਪਤੀ ਦੱਸੀ ਵੀ ਕਾਲ ਸੈਣ ਕਹੀਏ ਵਿਸ਼ਨੂੰ ਜੀ, ਕਾਲ ਕੇਤ ਬ੍ਰਹਮਾ ਅਤੇ ਕਰੂਰ ਬਰਸੀ ਸ਼ਿਵ ਜੀ। ਕਾਲ ਤੋਂ ਯਾਦ ਦਸ਼ ਪ੍ਰਜਾਪਤ ਨੂੰ ਮਹਾਰਾਜ ਜੀ ਨੇ ਪ੍ਰਗਟ ਕੀਤਾ ਵਾਹਿਗੁਰੂ ਨੇ। ਫਿਰ ਪ੍ਰਭੂ ਨੇ ਆਪਣੇ ਸੱਜੇ ਕੰਨ ਦੀ ਮੈਲ ਤੋਂ ਮੈਲ ਕੱਢ ਕੇ ਮਧੂ ਦੇ ਕੈਟਬ ਦੋ ਦੈਂਤ ਪੈਦਾ ਕੀਤੇ। ਖੱਬੇ ਕੰਨ ਦੀ ਮੈਲ ਤੋਂ ਸਾਰੀ ਸ੍ਰਿਸ਼ਟੀ ਜਿਹੜੀ ਹੈ ਬਣਾਈ। ਮਧੂ ਕੈਟਬ ਦੈਂਤ ਜਿਹੜੇ ਬੜੇ ਬਲੀ ਸਨ ਉਹਨਾਂ ਦਾ ਫਿਰ ਵੱਧ ਕੀਤਾ। ਉਹਨਾਂ ਦਾ ਵੱਧ ਕੀਤਾ ਜਦੋਂ ਅਤੇ ਜਿਹੜੇ ਉਹਨਾਂ ਦੇ ਸਿਰ ਸੁਦਰਸ਼ਨ ਚੱਕਰ ਨਾਲ ਵੱਡੇ, ਜਿਹੜੀ ਮਿੱਝ ਚਰਬੀ ਧਰਤੀ 'ਤੇ ਤਰ ਰਹੀ ਹੈ, ਉਸ ਤੋਂ ਇਹ ਧਰਤੀ ਜਿਹੜੀ ਪੈਦਾ ਹੋਈ। ਫਿਰ ਅੱਗੇ ਦਸ਼ ਪ੍ਰਜਾਪਤ ਚੌਥਾ ਪੈਦਾ ਕੀਤਾ, ਜੋ ਵਾਹਿਗੁਰੂ ਨੇ ਰਾਜਾ ਜੀ ਦੀ ਸ਼ਾਦੀ ਹੋਈ ਅਤੇ 10,000 ਲੜਕੀਆਂ ਪੈਦਾ ਹੋਈਆਂ। 4 ਲੜਕੀਆਂ ਦੀ ਜਿਹੜੀ ਸ਼ਾਦੀ ਕਛਪ ਰਿਖੀ ਨਾਲ 13 ਦੀ ਹੋਈ ਸੀ। 4 ਮੁੱਖ ਜਿਵੇਂ ਗੁਰੂ ਜੀ ਨੇ ਇੱਥੇ ਲਿਖਿਆ ਹੈ। ਉਹਨਾਂ ਤੋਂ ਫਿਰ ਅੱਗੇ ਜਿਹੜੇ ਹੈ ਸੱਪ, ਗਰੁੜ, ਦੈਂਤ ਦੇਵਤੇ ਪੈਦਾ ਹੋਏ। ਅੱਗੋਂ ਫਿਰ ਜੋ ਦੇਵਤੇ ਅਦਿਤੀ ਦੇ ਪੇਟ ਤੋਂ ਪੈਦਾ ਹੋਏ ਅਤੇ ਉੱਥੋਂ ਸੂਰਜ ਨੇ ਜਨਮ ਲਿਆ। ਸੂਰਜ ਅੱਗੇ ਜਾ ਕੇ ਜਦੋਂ ਉਹਦੀ ਗਾਂ ਅੰਸ਼ ਬੰਸ਼ ਚੱਲੀ, ਉਹ ਸੂਰਿਆ ਵੰਸ਼ ਕਹਾਉਣ ਲੱਗ ਪਈ। ਫਿਰ ਰਘੂ ਰਾਜਾ ਸੂਰਿਆ ਵੰਸ਼ 'ਚ ਪ੍ਰਗਟ ਹੋਇਆ, ਪੈਦਾ ਹੋਇਆ, ਜਿਸ ਕਰਕੇ ਰਘੂ ਵੰਸ਼ ਚੱਲੀ। ਰਘੂ ਵੰਸ਼ ਤੋਂ ਅੱਜ ਰਾਜੇ ਤੋਂ ਦਸ਼ਰਥ। ਦਸ਼ਰਥ ਨੇ ਫਿਰ 3 ਸ਼ਾਦੀਆਂ ਕੀਤੀਆਂ। ਫਿਰ ਦਸ਼ਰਥ ਰਾਜੇ ਤੋਂ ਹੀ ਸ਼੍ਰੀ ਰਾਮ ਚੰਦਰ ਭਗਵਾਨ ਜੀ ਪ੍ਰਗਟ ਹੋਏ ਅਤੇ ਰਾਮ ਚੰਦਰ ਜੀ ਤੋਂ ਅੱਗੇ 2 ਪੁੱਤਰ ਸੀਤਾ ਦੇ ਪੇਟ ਤੋਂ ਹੋਏ, ਲਹੂ ਅਤੇ ਕੁਸ਼ੂ। ਲਹੂ ਨੇ ਲਾਹੌਰ ਸ਼ਹਿਰ ਵਸਾਇਆ, ਕੁਸ਼ੂ ਨੇ ਕਸੂਰ ਸ਼ਹਿਰ ਵਸਾਇਆ। ਅਤੇ ਲਹੂ ਦੀ ਵੰਸ਼ ਜਿਹੜੀ ਹੈ ਉਹ ਹੋਈ ਕਾਲ ਰਾਏ।
ਕਾਲ ਰਾਏ ਦੀ ਵੰਸ ਕਾਲ ਕੇਤ। ਕਾਲ ਕੇਤ ਬੜਾ ਬਲੀ ਸੀ, ਕਸੂਰ ਦੇ ਜੋ ਤਖਤ ਤੇ ਬੈਠਾ ਸੀ। ਇਹਨੇ ਲਹੂ ਦੀ ਜਿਹੜੀ ਵੰਸ ਲਾਹੌਰ ਬੈਠੀ ਹੋਈ ਸੀ ਕਾਲ ਰਾਏ ਹੋਣੀ, ਉਹ ਮਾਰ ਕੇ ਤੇ ਕੱਢ ਦਿੱਤੇ, ਭਾਵ ਕਬਜ਼ਾ ਕਰ ਲਿਆ ਆਪ ਲਾਹੌਰ 'ਤੇ। ਫਿਰ ਜਦੋਂ ਕਾਲ ਕੇਤ ਨੂੰ ਕੱਢ ਦਿੱਤਾ ਕਾਲ ਰਾਏ ਨੂੰ, ਤੇ ਉਸ ਕਾਲ ਰਾਏ ਤੋਂ ਫਿਰ ਜਿਹੜਾ ਹੈ ਬੰਸ ਸੋਢ ਬੰਸ ਪੈਦਾ ਹੋਈ। ਕਾਲ ਰਾਏ ਚਲਾ ਗਿਆ, ਜਿਹੜਾ ਇੱਥੇ ਸਨੌਡ ਦੇਸ਼ ਹੈ, ਭਾਵ ਮਥੁਰਾ, ਭਰਤ, ਅਮਰਕੋਟ, ਇਹ ਸਨੌਡ ਦਾ ਇਲਾਕਾ ਲੁੱਟ ਮਾਰ ਕਰਦਾ ਉੱਥੇ ਚਲਾ ਗਿਆ। ਉੱਥੇ ਜਾਣੇ ਕਰਕੇ ਉੱਥੋਂ ਦੇ ਰਾਜੇ ਨੇ ਈਣ ਮੰਨ ਲਈ, ਉਹਦੀ ਲੜਕੀ ਨਾਲ ਸ਼ਾਦੀ ਕੀਤੀ। ਉਸ ਲੜਕੀ ਤੋਂ ਫਿਰ ਜਿਹੜਾ ਸੋਢ ਬੰਸ ਇੱਕ ਪੁੱਤਰ ਪੈਦਾ ਹੋਇਆ, ਜਿਹਦਾ ਨਾਮ ਸੋਢੀ ਰਾਏ ਰੱਖਿਆ। ਉਹ ਸੋਢੀ ਰਾਏ ਤੋਂ ਹੀ ਸੋਢ ਬੰਸ ਚੱਲੀ, ਯਾਨੀ ਸਨੌਡ ਦੇਸ਼ ਵਿੱਚ ਰਹਿਣੇ ਕਰਕੇ ਸੋਢ ਬੰਸ ਅਖਵਾਉਣ ਲੱਗ ਪਏ। ਫਿਰ ਅੱਗੇ ਤੋਂ ਅੱਗੇ ਹੋਰ ਅੰਸ਼ ਬੰਸ ਵਧੀ, ਜਿਸ ਤੋਂ ਚੰਗਾ ਤਗੜਾ ਹੀ ਬੰਸ ਚੱਲ ਗਿਆ। ਰਾਜ ਭਾਗ ਕਰਦਿਆਂ ਕਰਦਿਆਂ ਚੰਗੀ ਧਨ ਦੀ ਬਿਰਧ ਹੋ ਗਈ, ਧਨ ਦਾ ਵਾਧਾ ਹੋ ਗਿਆ। ਫਿਰ ਆਪ ਜਿਹੜਾ ਇਹਨਾਂ ਦਾ ਕੁਦਰਤ ਵੱਲੋਂ ਫਿਰ ਵੈਰ ਭਾਵ ਵੱਧ ਗਿਆ, ਭਾਵ ਜਿਹੜੇ ਸੋਢੀ ਸਨ ਸਨੌਡ ਦੇਸ਼ ਵਿੱਚ ਵਸ ਰਹੇ, ਉਹਨਾਂ ਦੇ ਮਨ 'ਚ ਇਹ ਗੱਲ ਆਈ ਵੀ ਜਿਹੜੇ ਸਾਡੇ ਲਾਹੌਰ ਨੂੰ ਕਾਲ ਕੇਤ ਦੀ ਅੰਸ਼ ਬੰਸ ਨੇ ਅੱਗੇ ਕਬਜ਼ਾ ਕੀਤਾ ਹੋਇਆ ਹੈ, ਮੱਲਿਆ ਹੋਇਆ ਕਸੂਰੀਆਂ ਨੇ, ਕਿਉਂ ਨਾ ਇਹਨਾਂ ਕੋਲ ਆਪਣਾ ਜਿਹੜਾ ਹੈ ਵੱਡਿਆਂ ਦਾ ਥਾਂ, ਵੱਡਿਆਂ ਦੀ ਜ਼ਮੀਨ ਜਾਇਦਾਦ ਖੋਈ ਜਾਏ। ਜਿਸ ਕਰਕੇ ਚੰਗਾ ਤਕੜਾ ਹੀ ਵੈਰ ਵਿਰੋਧ ਵੱਧ ਗਿਆ। ਕਲਗੀਧਰ ਪਿਤਾ ਮਹਾਰਾਜ ਜੀ ਨੇ ਲਿਖਿਆ ਕਿ ਇਸ ਤਰ੍ਹਾਂ ਖਾਲਸਾ ਦੀ ਜਿਹੜੀ ਧਨ ਹੈ ਤੇ ਜ਼ਮੀਨ ਹੈ, ਇਹ ਕੋਈ ਨਵਾਂ ਨਹੀਂ, ਇਹ ਮੁੱਢ ਤੋਂ ਹੀ ਇਹਨਾਂ ਚੀਜ਼ਾਂ ਤੋਂ ਵੈਰ ਵੱਜਾ ਆਉਂਦਾ ਹੈ ਲੋਕਾਂ ਦਾ। ਇਹ ਵੈਰ ਦਾ ਕਾਰਨ ਹਨ ਵੱਡੇ, ਤੇ ਸਾਰਾ ਕਾਰਨ ਕੀ ਹੈ? ਉਹ ਮੋਹ ਤੇ ਹੰਕਾਰ। ਮੋਹ ਤੇ ਹੰਕਾਰ ਨੂੰ ਵਧਾਵਾ ਦੇਣ ਵਾਸਤੇ ਲੋਕ ਝਗੜਾ ਖਿਲਾਰਦੇ, ਝਗੜਾ ਪਾਉਂਦੇ ਹੈ ਤੇ ਧਨ ਜ਼ਮੀਨ ਨੂੰ ਹੜਪਣਾ ਚਾਹੁੰਦੇ ਹਨ। ਜਦੋਂ ਐਵੇਂ ਲੋਕ ਕਰਦੇ ਹੈ ਵੈਰ ਵਿਰੋਧ ਧਨ ਵਾਸਤੇ, ਆਪਣੇ ਹੰਕਾਰ ਨੂੰ ਪੱਠੇ ਪਾਉਣ ਵਾਸਤੇ, ਮੋਹ ਦੇ ਮਾਰੇ ਹੋਏ ਬਹੁਤ ਧਨ ਵਾਲੇ ਲੋਕ ਹੋ ਜਾਂਦੇ ਆ, ਜਿਸ ਕਰਕੇ ਧਨੀ ਪੁਰਸ਼ ਨੂੰ ਧੰਨ ਧੰਨ ਲੋਕ ਕਹਿੰਦੇ, ਉਹਦੇ ਗੁਲਾਮ ਹੋ ਕੇ ਰਹਿੰਦੇ, ਉਹਦੇ ਅੱਗੇ ਪਿੱਛੇ ਤੁਰੇ ਫਿਰਦੇ ਹਨ। ਇਹ ਜਿਹੜਾ ਧਨ ਦਾ ਲੋਭ ਹੈ, ਇਹੀ ਮੁੱਢ ਹੈ ਸਾਰੇ ਕਾਰਨਾਂ ਦਾ। ਮੋਹ ਰਾਜੇ ਨੇ ਆਪਣੀ ਸੈਨਾ ਖੜੀ ਕੀਤੀ ਹੋਈ ਹੈ। ਇਹ ਸੈਨਾ ਦੇ ਮਾਰੇ ਹੋਏ ਸਾਰੇ ਜੀਵ ਇਹ ਧਨ ਨੂੰ ਚਾਹੁੰਦਿਆਂ ਚਾਹੁੰਦਿਆਂ ਮਰਦੇ ਜਾਂਦੇ ਆ, ਮਰਦੇ ਰਹਿੰਦੇ ਆ, ਮਰਦੇ ਰਹਿਣਗੇ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਦੂਸਰਾ ਅਧਿਆਏ ਸਮਾਪਤ ਕੀਤਾ ਹੈ। ਅੱਗੇ ਸੱਚੇ ਪਾਤਸ਼ਾਹ ਜੀ ਜਿਹੜਾ ਫਿਰ ਸੋਢ ਬੰਸ ਦਾ ਅਤੇ ਕਾਲ ਕੇਤ ਦੀ ਬੰਸ ਦਾ ਜੰਗ ਯੁੱਧ ਹੋਇਆ, ਜੋ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਸੀ, ਉਹਦਾ ਵਰਣਨ ਕਲਗੀਧਰ ਪਿਤਾ ਜੀ ਤੀਸਰੇ ਅਧਿਆਏ ਦੇ ਵਿੱਚ ਕਰ ਰਹੇ ਹਨ। ਜਿਵੇਂ ਵੀ ਕਥਾ ਵਿਚਾਰ ਆਉਂਦੀ ਆ ਉਹ ਆਪਾਂ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਭੁਜੰਗ ਪਰਿਆਤ ਛੰਦ ਰਚਾ ਬੈਰ ਬਾਦੰ ਵਿਦਾਤੇ ਅਪਾਰੰ। ਸੋਢ ਬੰਸ ਦਾ ਰਾਜਾ ਆਪਣੇ ਬਜ਼ੁਰਗਾਂ ਦਾ ਬਦਲਾ ਲੈਣ ਵਾਸਤੇ ਵੀ ਸਾਡੇ ਬਜ਼ੁਰਗ ਕਾਲ ਰਾਏ ਨੂੰ ਕਾਲ ਕੇਤ ਨੇ ਪੰਜਾਬ ਤੋਂ ਕੱਢ ਕੇ ਤੇ ਲਾਹੌਰ ਨੂੰ ਮੱਲਿਆ ਸੀ। ਉਹ ਬਦਲਾ ਲੈਣਾ ਹੈ। ਬਦਲਾ ਲੈਣ ਵਾਸਤੇ ਸੋਢ ਬੰਸ ਦਾ ਰਾਜਾ ਪੰਜਾਬ ਵੱਲ ਚੜ੍ਹ ਪਿਆ। ਤੇ ਗੁਰੂ ਮਹਾਰਾਜ ਕਹਿੰਦੇ ਹੈ ਵਿਧਾਤੇ, ਜੋ ਫਲ ਵਰਦਾਤਾ ਪ੍ਰਭੂ ਪਰਮੇਸ਼ਰ ਹੈ ਵਾਹਿਗੁਰੂ, ਉਸ ਨੇ ਇਹਨਾਂ ਦੋਵਾਂ ਦਾ ਹੀ, ਕਾਲ ਰਾਈਆਂ ਦਾ ਆ ਲਹੂ ਕੁਸ਼ ਦੀ ਵੰਸ਼ ਦਾ ਅਪਾਰੰਗ ਬੇਅੰਤੀ ਜਿਹੜਾ ਨਾ ਵੈਰ ਤੇ ਵਾਦ ਝਗੜਾ ਰਚਾ ਦਿੱਤਾ, ਵੈਰ ਵਿਰੋਧ ਬਹੁਤ ਜ਼ਿਆਦਾ ਵਧਾ ਦਿੱਤਾ ਆਪੋ ਵਿੱਚ ਹੀ। ਜਿਸੈ ਸਾਧ ਸਾਕਿਓ ਨਾ ਕੋ ਸੁਧਾਰੰ। ਜਿਸ ਨੂੰ ਝਗੜੇ ਨੂੰ ਕੋਈ ਵੀ ਸੁਧਾਰਕ ਸਾਧ ਨਾ ਸਕਿਆ, ਰੋਕ ਨਾ ਸਕਿਆ, ਸੁਧਾਰ ਨਾ ਸਕਿਆ, ਹਟਾ ਨਾ ਸਕਿਆ। ਵੀ ਸੁਧਾਰਕ ਉਹ ਹੁੰਦਾ ਜਿਹੜਾ ਵਿੱਚ ਪੈ ਕੇ ਤੇ ਕਿਸੇ ਦਾ ਝਗੜਾ ਨਿਬੇੜ ਦੇਵੇ। ਇਹ ਗੱਲ ਕਹਿੰਦਾ ਜਿਹੜਾ ਵਿੱਚ ਪੈ ਕੇ ਵੀ ਕਾਹਨੂੰ ਤੁਸੀਂ ਲੜਦੇ ਮਰਦੇ ਹੋ, ਆ ਕੋਈ ਨੁਕਸਾਨ ਹੋ ਗਿਆ ਬੰਦਾ ਵੀ ਜਾਊਗਾ, ਫਿਰ ਇੱਧਰ ਉੱਧਰ ਅਦਾਲਤਾਂ 'ਚ ਧੱਕੇ ਖਾਓਗੇ, ਘਰ ਵੀ ਬਹਿਣਾ ਖਲੋਣਾ ਔਖਾ ਹੋ ਜਾਊ, ਪਰੇਸ਼ਾਨ ਹੋ ਜਾਓਗੇ। ਅਤੇ ਫੈਸਲਾ ਜਿਹੜਾ ਤੁਸੀਂ ਕਰ ਲਓ, ਜਿਹੜਾ ਫੈਸਲਾ ਕਰਾਉਣ ਵਾਲਾ ਹੁੰਦਾ। ਜਿਵੇਂ ਸੁਧਾਰ ਕੇਂਦਰ ਬਣੇ ਹੁੰਦੇ ਨਾ ਸ਼ਹਿਰਾਂ ਵਿੱਚ, ਹੁੰਦੇ ਤਾਂ ਸੁਧਾਰ ਕੇਂਦਰੀ, ਪਰ ਉਹ ਕੰਮ ਵਿਗਾੜ ਕੇਂਦਰ ਵਾਲਾ ਕਰਦੇ ਹੈ। ਸੁਧਾਰ ਦਾ ਅਰਥ ਸੁਧਾਰਕ, ਜਿਹੜਾ ਸੁਧਾਰ ਕਰਨ ਵਾਲਾ, ਝਗੜੇ ਦੇ ਵਿੱਚ ਜਿਹੜੇ ਝਗੜੇ ਦੋ ਧਿਰਾਂ 'ਚ ਹੁੰਦੇ ਆ, ਵਿੱਚ ਪੈ ਕੇ ਉਹਨੂੰ ਸੁਲਝਾਉਣ ਵਾਲਾ, ਹਟਾਉਣ ਵਾਲਾ। ਗੁਰੂ ਮਹਾਰਾਜ ਕਹਿੰਦੇ ਖਾਲਸਾ ਜੀ, ਇਸ ਝਗੜਾ ਤੇ ਐਸਾ ਪੈ ਗਿਆ, ਉਸ ਅਕਾਲ ਪੁਰਖ ਨੇ ਰਚਾ ਦਿੱਤਾ ਵੈਰ ਵਿਰੋਧ ਇਹਨਾਂ ਦਾ ਆਪੋ ਵਿੱਚ ਹੀ, ਜਿਸ ਕਰਕੇ ਕੋਈ ਵੀ ਸੁਧਾਰਕ ਇਸ ਝਗੜੇ ਨੂੰ ਸੁਧਾਰ ਨਾ ਸਕਿਆ, ਹਟਾ ਨਾ ਸਕਿਆ। ਬਲੀ ਕਾਮ ਰਾਯੰ ਮਹਾਲੋਭ ਮੋਹੰ। ਅਰਥ ਵਾਸਤੇ ਵੀ ਮਹਾ ਮੋਹ ਬਲੀ ਰਾਇਨ, ਇਹ ਜਿਹੜਾ ਬਹੁਤ ਬਲੀ ਹੈ ਨਾ ਰਾਜਾ ਮੋਹ, ਇਹ ਤੇ ਮੋਹ ਹੈ ਰਾਜਾ ਬਹੁਤ ਬਲੀ। ਕਾਮ ਤੇ ਲੋਭ ਇਹਦੇ ਜਿਹੜੇ ਕਮਾਂਡਰ ਬਹਾਦਰ ਸੂਰਮੇ ਹਨ। ਗਇਓ ਕੌਣ ਬੀਰੰ ਸੋ ਯਾਤੇ ਅਲੋਹੰ। ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਦੇ ਰਾਜਾ, ਤੇ ਬਾਕੀ ਦੀ ਸਾਰੀ ਸੈਨਾ ਹੈ ਜਿੰਨੇ ਵੀ ਹੈਗੇ। ਤੇ ਗੁਰੂ ਸਾਹਿਬ ਕਹਿੰਦੇ ਵੀ ਇਹਨਾਂ ਦੀ ਮਾਰ ਤੋਂ ਕੌਣ ਵੀਰ, ਕਿਹੜਾ ਸੂਰਬੀਰ ਹੈ ਜਿਹੜਾ ਇਹਨਾਂ ਦੇ ਸ਼ਸਤਰਾਂ ਦੀ ਮਾਰ ਤੋਂ, ਅਲੋਹੰ ਕਹਿੰਦੇ ਸ਼ਸਤਰਾਂ ਦੀ ਮਾਰ ਤੋਂ ਵਾਰ ਤੋਂ ਬਚਿਆ ਹੋਵੇ। ਭਾਵ ਕੋਈ ਨਹੀਂ ਬਚਿਆ, ਕੋਈ ਵੀ ਸੂਰਮਾ ਬਚ ਨਹੀਂ ਸਕਿਆ ਇਹਨਾਂ ਨੂੰ ਮਾਰਨ ਵਾਸਤੇ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ, ਇਹ ਵੀ ਸੂਰਬੀਰ ਹੀ ਗੁਰੂ ਜੀ ਨੇ ਕਿਹਾ ਹੈ। ਇਹ ਸੂਰਬੀਰਾਂ ਤੋਂ ਕੋਈ ਵੀ ਐਸਾ ਸੂਰਬੀਰ ਹੈ, ਕੌਣ ਹੈ ਐਸਾ ਜਿਹੜਾ ਇਹਨਾਂ ਦੇ ਸ਼ਸਤਰਾਂ ਦੇ ਵਾਰ ਤੋਂ ਬਚਿਆ ਹੋਵੇ। ਭਾਵ ਕੋਈ ਨਹੀਂ ਬਚਿਆ, ਸਭ ਇਹਨਾਂ ਦੇ ਸ਼ਸਤਰਾਂ ਦੇ ਵਾਰ ਦੇ ਨਾਲ ਜ਼ਖਮੀ ਹੋਏ ਹਨ। ਤਹਾਂ ਬੀਰ ਬੰਕ ਬਕ ਆਪ ਮਦੰ। ਉੱਥੇ ਜੰਗ ਵਿੱਚ ਜਦੋਂ ਸੋਢ ਬੰਸ ਦੇ ਪੰਜਾਬ ਆ ਗਏ, ਜੰਗ ਯੁੱਧ ਵਾਲੇ ਸਥਾਨ 'ਤੇ ਦੋਵਾਂ ਬੰਸਾਂ ਦੇ ਬਹੁਤ ਵੀਰ ਬੰਕੇ ਜਵਾਨ ਹੈ, ਸੁੰਦਰ ਜਵਾਨ ਤਗੜੇ, ਅਤੇ ਆਪੋ ਵਿੱਚ ਹੀ ਇੱਕ ਦੂਜੇ ਵੱਲ ਵੇਖ ਕੇ ਬਕੇ ਕਹੀਏ ਬਕਵਾਸ ਮਾਰਦੇ ਹੈ। ਬੰਕੇ ਬਕੈ ਟੇਢੇ ਜੇ ਬਕਦੇ ਆ, ਇੱਕ ਦੂਜੇ ਨੂੰ ਆਵਾ ਤਾਵਾ ਵੱਧ ਘੱਟ ਬੋਲਦੇ, ਗਾਲੀ ਗਲੋਚਾ ਕਰਦੇ ਹਨ। ਉੱਠਿਆ ਸ਼ਸਤਰ ਲੈ ਲੈ ਮੱਚਾ ਯੁੱਧ ਸੁਦੰ। ਤੇ ਸ਼ਸਤਰ ਆਪਣੇ ਲੈ ਕੇ ਹੱਥਾਂ ਵਿੱਚ ਉੱਠੇ ਕਹੀਏ ਜੰਗ ਵੱਲ ਗਾਂਹ ਵਧੇ, ਤੇ ਜਿਸ ਕਰਕੇ ਮੱਚਾ ਯੁੱਧ ਸੁਦੰ, ਧਰਮ ਦਾ ਯੁੱਧ, ਨਿਆਂ ਦਾ ਯੁੱਧ, ਕਿਉਂਕਿ ਨਾ ਕਬਜ਼ਾ ਕੀਤਾ ਸੀ, ਹੁਣ ਇਹਨਾਂ ਵੀ ਆਪਣਾ ਕਬਜ਼ਾ ਲੈਣਾ।
ਜਾਂ ਸੁਧ ਕੋਈ ਤਗੜਾ ਹੀ ਯੁੱਧ ਜਿਹੜਾ ਮੱਚ ਗਿਆ ਆਪੋ ਵਿੱਚ ਹੀ। ਕਹੋ ਖੱਪਰੀ ਖੋਲ ਖੰਡੇ ਅਪਾਰੰ। ਕਿਤੇ ਜਿਹੜੇ ਖਪਰੇ ਤੀਰਾਂ ਵਾਲੇ, ਕਿਤੇ ਖੋਲ ਜਿਹੜੇ ਜਿਨ੍ਹਾਂ ਨੇ ਟੋਪ ਪਾਏ ਸਿਰਾਂ ਦੇ ਉੱਪਰ, ਆਪਣੇ ਸਿਰਾਂ ਦੀ ਰਕਸ਼ਾ ਕਰਨ ਵਾਸਤੇ ਵੀ ਕੋਈ ਸ਼ਸਤਰ ਨਾ ਲੱਗੇ, ਉਹ ਖੋਲ ਟੋਪ ਨੂੰ ਕਹੀਦਾ, ਲੋਹੇ ਦੇ ਨੂੰ, ਲੋਹੇ ਦੇ ਟੋਪਾਂ ਵਾਲੇ, ਬਹੁਤ ਖੰਡਿਆਂ ਵਾਲੇ ਕਿਤੇ ਖੜੇ ਹਨ ਸੂਰਮੇ। ਨੱਚਾ ਬੀਰ ਬੈਤਾਲ ਡਾਰੂ ਡਕਾਰੰ। ਤੇ ਵੀਰ ਜਿਹੜੇ ਸ਼ਿਵ ਜੀ ਦੇ ਵੀਰ ਹੈ, ਨੰਦੀ ਭਰਿੰਗੀ ਜਾਂ 52 ਵੀਰ ਜਿਹੜੇ, ਉਹ ਨੱਚਦੇ ਆ ਵੇਖ ਵੇਖ ਕੇ। ਬੈਤਾਲ ਭੂਤਾਂ ਦੇ ਸਰਦਾਰ, ਜਿਹੜੇ ਵੱਡੇ ਭੂਤ ਛੋਟੇ ਭੂਤਾਂ ਨੂੰ ਕੰਮ ਕਰਾਉਂਦੇ ਆਪਣੇ, ਇੱਧਰ ਉੱਧਰ ਲਾਉਂਦੇ ਆ, ਉਹ ਬੈਤਾਲ ਭਾਵ ਭੂਤਾਂ ਦੇ ਸਰਦਾਰ, ਉਹ ਵੀ ਨੱਚਦੇ ਹਨ। ਡਮਰੂ ਵਜਾਉਂਦੇ ਆ ਜੰਗ ਵਿੱਚ, ਮਾਸ ਖਾ ਖਾ ਕੇ, ਖੂਨ ਪੀ ਪੀ ਕੇ ਡਕਾਰ ਮਾਰਦੇ ਹਨ। ਕਹੋ ਈਸ ਸੀਸੰ ਤੁਐ ਰੁੰਡ ਮਾਲੰ। ਕਿਤੇ ਜਿਹੜਾ ਈਸ ਕਹੀਏ ਸ਼ਿਵ ਜੀ ਹੈ, ਉਹ ਸੂਰਮਿਆਂ ਦੇ ਸਿਰਾਂ ਦੀਆਂ ਜਿਹੜੀਆਂ ਰੁੰਡ ਮੁੰਡ ਮਾਲਾ ਹੈ ਸਿਰਾਂ ਦੀਆਂ, ਉਹ ਮਾਲਾ ਪਰੋ ਕੇ ਬਣਾ ਕੇ ਤੁਰਿਆ ਫਿਰਦਾ ਹੈ ਪਾਉਣ ਲਈ। ਕਹੋ ਡਾਕ ਡਾਰੂ ਕਹੋ ਕੰਗ ਬਿਤਾਲੰ। ਕਿਤੇ ਡਾਕ ਜਿਹੜੀਆਂ ਡਾਕਣੀਆਂ ਹੈ, ਉਹ ਅਸਤ ਵਿਅਸਤ ਬੋਲਦੀਆਂ ਹੈ, ਜਿਵੇਂ ਬੱਚੇ ਅਸਤ ਵਿਅਸਤ ਬੋਲਦੇ ਨਾ, ਕੁਝ ਵੀ ਆਵਾ ਤਾਵਾ ਬੋਲੀ ਜਾਣਗੇ, ਜੋ ਗੱਲ ਮੂੰਹ 'ਚ ਆਈ ਉਹ ਬੋਲੀ ਜਾਣੀ, ਅਤੇ ਬਜ਼ੁਰਗ ਹੱਸਦੇ ਹੁੰਦੇ ਹੈ। ਐਵੇਂ ਕਿਤੇ ਤੇ ਡਾਕਣੀਆਂ ਡੋਰੂ ਕਹੀਏ ਅਸਤ ਵਿਅਸਤ ਬੋਲਦੀਆਂ, ਡੋਰ ਭੋਰੀਆਂ ਜਿਹੀਆਂ ਹੋਈਆਂ, ਅਤੇ ਕਿਤੇ ਕਾਂ ਬੋਲਦੇ ਅਸਤ ਵਿਅਸਤ। ਬਿਤਾਲਨ ਭੂਤਾਂ ਦੇ ਸਰਦਾਰ ਅਸਤ ਵਿਅਸਤ ਬੋਲਦੇ ਹੈ। ਜਾਂ ਡਾਕਣੀਆਂ ਡਮਰੂ ਵਜਾਉਂਦੇ ਹਨ, ਭੂਤ ਵੀ ਡਮਰੂ ਵਜਾਉਂਦੇ, ਕਾਂ ਕਰਦੇ ਹਨ। ਚਵੀ ਚਾਵਡੀਆਂ ਕਿਲੰਕਾਰ ਕੰਕੰ। ਚਾਵਡੀਆਂ ਜਿਹੜੀਆਂ ਇੱਲਾਂ ਹੈ, ਉਹ ਬੜੀਆਂ ਚਾਅ ਨਾਲ ਭਰੀਆਂ ਹੋਈਆਂ ਅਤੇ ਕਿਲਕਾਰੀਆਂ ਮਾਰਦੀਆਂ। ਕਾਂ ਵੀ ਜਿਹੜੇ ਕਿਲਕਾਰੀਆਂ ਮਾਰਦੇ, ਕਾਂ ਕਰਦੇ। ਜਾਂ ਚਾਵਡੀਆਂ ਚਮੁੰਡਾ ਦੇਵੀ ਜਿਹੜੀ, ਇਹ ਦੁਰਗਾ ਦੇਵੀ ਜਦੋਂ ਚੰਡ ਮੁੰਡ ਦੈਂਤ ਨੂੰ ਮਾਰ ਰਹੀ ਸੀ, ਉਦੋਂ ਗੁੱਸੇ ਵਿੱਚ ਆ ਕੇ ਨੇ ਜਦੋਂ ਕ੍ਰੋਧ ਜਿਹਾ ਕੀਤਾ ਅਤੇ ਮੱਥੇ 'ਤੇ ਤਿਉੜੀ ਜਿਹੀ ਪਾਈ ਭਰਵੱਟਿਆਂ ਜਿਹਾ 'ਚ, ਉਹ ਭਰਵੱਟਿਆਂ ਤੋਂ ਪੈਦਾ ਹੋਈ ਇੱਕ ਦੇਵੀ, ਜਿਹੜੀ ਬੜੀ ਭਿਆਨਕ ਰੂਪ ਵਾਲੀ ਸੀ। ਅਤੇ ਉਸ ਦੇਵੀ ਨੇ ਫਿਰ ਚੰਡ ਮੁੰਡ ਦੈਂਤ ਨੂੰ ਮਾਰਿਆ, ਦੋਵਾਂ ਦੇ ਸਿਰ ਵੱਢ ਕੇ ਅਤੇ ਦੁਰਗਾ ਦੇ ਅੱਗੇ ਲਿਆ ਰੱਖੇ। ਦੁਰਗਾ ਦੇਵੀ ਨੇ ਫਿਰ ਇਹਦਾ ਨਾਮ ਦੇਵੀ ਦਾ ਚਮੁੰਡਾ ਦੇਵੀ ਰੱਖਿਆ ਸੀ। ਚਾਵਡੀਆਂ ਦਾ ਅਰਥ ਚਮੁੰਡਾ ਦੇਵੀ ਵੀ ਬੜੀ ਚਾਅ ਨਾਲ ਭਰੀ ਕਿਲਕਾਰੀਆਂ ਮਾਰਦੀ ਹੈ, ਅਤੇ ਕਾਂ ਵੀ ਕਿਲਕਾਰੀਆਂ ਮਾਰਦੇ ਹਨ, ਕਾਂ ਕਰਦੇ ਉੱਥੇ। ਗੁੱਥੀ ਲੁੱਥ ਜੱਥੰ ਬਹੇ ਬੀਰ ਬੰਕੰ। ਜੁੱਥੰ ਸਮੂਹ ਲੋਥਾਂ ਦੇ ਉੱਥੇ ਗੁੱਥਮ ਗੁੱਥਾ ਹੋਈਆਂ ਪਈਆਂ, ਲੱਥ ਪੱਥ ਹੋਈਆਂ ਪਈਆਂ, ਲੋਥ 'ਤੇ ਲੋਥ ਚੜ੍ਹੀ ਹੋਈ ਹੈ। ਜਿਹੜੇ ਸੂਰਬੀਰ ਹੈ ਜਵਾਨ, ਉਹ ਬੜੇ ਡੰਕੇ ਬੰਕੰ ਕਹੀਏ, ਬੜੇ ਟੇਢੇ ਜਿਹੇ ਹੋ ਕੇ ਬਹੇ ਫਿਰਦੇ ਵਿਚਰਦੇ ਆ ਜੰਗ ਵਿੱਚ। ਜਾਂ ਸੂਰਬੀਰ ਜਵਾਨ ਬਹੇ ਕਹੀਏ ਰੁਲ ਰਹੇ ਹਨ ਉੱਥੇ ਲੁੱਥ ਪੁੱਥ ਹੋਏ। ਭਾਰੀ ਕੁੱਟੰ ਰੁਲੇ ਤਛ ਮੁੱਛੰ। ਬੜੀ ਕੱਟਾ ਵੱਢ ਹੋਈ ਹੈ, ਕੁੱਟਾ ਪਈ ਹੈ। ਤਛ ਮੁੱਛ ਦਾ ਅਰਥ ਹੁੰਦਾ ਕੱਟਿਆ, ਤਛ ਦਾ ਅਰਥ ਵੱਢਿਆ, ਵੱਡੇ ਟੁੱਕੇ ਰੁਲ ਰਹੇ ਹਨ। ਰਹੇ ਹੱਥ ਡਾਰੇ ਉਬੈ ਉਰਦ ਮੁੱਛੰ। ਤੇ ਹੱਥ ਅਰਥ ਵਾਸਤੇ ਉਬੇ ਹਾਥ, ਮੁੱਛੰ ਡਾਰੇ, ਵੀ ਜਿਹੜੇ ਦੋਵੇਂ ਹੱਥ ਹੈ, ਉਹ ਹੱਥਾਂ ਨਾਲ ਉੱਚੀਆਂ ਜਿਹੜੀਆਂ ਮੁੱਛਾਂ ਉਹ ਤਾਂ ਹੀ ਚੁੱਕੀਆਂ ਰਹਿ ਗਈਆਂ ਹਨ। ਉਸੇ ਤਰ੍ਹਾਂ ਹੀ ਕਹੋ ਖੋਪਰੀ ਖੋਲ ਖਿੰਗੰ ਖਤੰਗੰ। ਜਾਂ ਵੀ ਕਿਤੇ ਸੂਰਮੇ ਮੁੱਛਾਂ ਨੂੰ ਤਾਹ ਦਿੰਦੇ ਹੋਏ ਮੋਏ ਪਏ ਹਨ, ਮੁੱਛਾਂ 'ਤੇ ਉਸੇ ਤਰ੍ਹਾਂ ਹਾਥੀ ਪਏ ਰਹਿ ਗਏ ਅਤੇ ਮਰ ਗਏ ਹਨ।
ਕਿਤੇ ਜਿਹੜੀਆਂ ਖੋਪੜੀਆਂ ਹੈ, ਕਿਤੇ ਤੇ ਖੋਪੜੀਆਂ ਉਹ ਸੂਰਮਿਆਂ ਦੀਆਂ ਖੋਲ ਨਾਮ ਟੋਪੀ ਦਾ ਹੁੰਦਾ, ਜਿਹੜੀ ਟੋਪੀ ਜੰਗ ਦੇ ਮੈਦਾਨ ਵਿੱਚ ਲੋਹੇ ਦੀ ਪਾਈ ਜਾਂਦੀ ਹੈ ਕਿ ਜਿਸ ਦੇ ਕਰ ਕੋਈ ਸ਼ਸਤਰ ਦਾ ਵਾਰ ਨਾ ਹੋਵੇ, ਉਹ ਸ਼ਸਤਰ ਟੋਪ 'ਤੇ ਵੱਜੇ ਅਤੇ ਸਿਰ ਬਚ ਜੇ, ਕਟਾਰ ਨਾ ਵੱਜੇ, ਬਰਸ਼ਾ ਨਾ ਵੱਜੇ, ਤਲਵਾਰ ਨਾ ਵੱਜੇ। ਉਹ ਟੋਪ ਨਿਯਤ ਕੀਤੇ ਆ, ਜਿਵੇਂ ਫੌਜੀਆਂ ਨੇ ਪਾਏ ਨਾ ਟੋਪ, ਉਹ ਨਿਯਤ ਕੀਤੇ, ਗਰਮੀ ਹੋਵੇ ਸਰਦੀ ਹੋਵੇ ਟੋਪ ਪਾਏ ਹੁੰਦੇ ਸੇਫਟੀ ਵਾਸਤੇ, ਰੱਖਿਆ ਵਾਸਤੇ। ਜਿਵੇਂ ਜੰਗ ਦਾ ਇੱਕ ਟੋਪ ਹੁੰਦਾ ਲੋਹੇ ਦਾ, ਜਿਸ ਕਰਕੇ ਸ਼ਸਤਰ ਨਹੀਂ ਸਿਰ 'ਚ ਲੱਗਦਾ। ਉਹ ਕਿਤੇ ਤੇ ਟੋਪ ਪਏ ਹੈ, ਕਿਤੇ ਖੋਪੜੀਆਂ ਪਈਆਂ ਸੂਰਮਿਆਂ ਦੀਆਂ, ਖਿੰਗਾਂ ਕਹੀਏ ਘੋੜੇ ਕਿਤੇ ਪਏ ਹੈ, ਕਿਤੇ ਤੀਰ ਪਏ ਹਨ ਖਿਲਰੇ ਪੁਲਰੇ। ਕਹੋ ਖੱਤਰੀਆਂ ਖੰਗ ਖੇਤੰ ਨਿਖੰਗੰ। ਕਿਤੇ ਖੱਤਰੀਆਂ ਜਿਹੜੇ ਸੂਰਮੇ ਹੈ ਉਹ ਜੰਗ ਦੇ ਮੈਦਾਨ ਵਿੱਚ ਪਏ ਹੈ ਮੁਰਦੇ ਹੋਏ। ਖੰਗ ਜਿਹੜੇ ਖੱਗ, ਖੰਗ ਨਹੀਂ ਖਾਗ, ਤਲਵਾਰਾਂ ਪਈਆਂ ਹੈ, ਖੜਗਾਂ ਨਿਖੰਗ ਤੀਰਾਂ ਦੇ ਭੱਥੇ ਡਿੱਗੇ ਪਏ ਹਨ। 24 ਚਾਂਵੜੀ ਡਾਕਨੀ ਡਾਕ ਮਾਰੈ। ਜਿਹੜੀਆਂ ਇੱਲਾਂ ਬੜੇ ਚਾਅ ਨਾਲ ਮਾਸ ਖਾ ਖਾ ਕੇ ਡਕਾਰ ਮਾਰਦੀਆਂ, ਡਾਕਣੀਆਂ ਗਿੱਧਾਂ ਜਿਹੜੀਆਂ ਉਹ ਮਾਸ ਖਾ ਕੇ ਡਕਾਰ ਮਾਰਦੀਆਂ, ਜਾਂ ਚਮੁੰਡਾ ਦੇ ਜਿਹੜੀ ਚਮੁੰਡਾ ਦੇਵੀ ਹੈ ਉਹ ਖਾ ਕੇ ਮਾਸ ਇਸੇ ਤਰ੍ਹਾਂ ਲਹੂ ਪੀ ਕੇ ਡਕਾਰ ਮਾਰਦੀ ਹੈ। ਡਾਕਣੀਆਂ ਡੈਣਾ ਡਕਾਰ ਮਾਰਦੀਆਂ ਹਨ। ਕਹੋ ਭੈਰਵੀ ਭੂਤ ਭੈਰੋਂ ਬਕਾਰੈ। ਕਿਤੇ ਭੈਰਵੀ, ਇਹ ਭੈਰਵੀ ਦੇ ਕਈ ਨਾਂ ਹੈ। ਕਿਤੇ ਤੇ ਭੈਰਵੀ ਜਿਹੜੇ ਆ ਬਕਾਰੇ, ਉਹ ਬਕਾਰਾਂ ਮਾਰ ਰਹੇ, ਤੇ ਭੂਤ ਵਾਵਰੋਲੇ ਦੀ ਸਵਾਰੀ ਵਾਲਾ, ਭੈਰੋਂ ਕਾਲੇ ਕੁੱਤੇ ਦੀ ਸਵਾਰੀ ਵਾਲਾ ਜਾਂ ਲਾਲ ਕੁੱਤੇ ਦੀ ਸਵਾਰੀ ਵਾਲਾ ਭੈਰੋਂ ਭੂਤ ਵੱਡਾ, ਇਹ ਬਕਾਰੇ ਆਪੋ ਵਿੱਚ ਹੀ ਬਕਵਾਸ ਕਰ ਰਹੇ ਹੈ। ਐਵੇਂ ਇੱਕ ਦੂਜੇ ਨੂੰ ਟੇਢਾ ਜਿਹਾ ਬੋਲਦੇ ਹਨ, ਬਕੀ ਜਾ ਰਹੇ ਹਨ। ਕਹੋ ਵੀਰ ਬੈਤਾਲ ਬੰਕੇ ਬਿਹਾਰੰ। ਕਿਤੇ ਜਿਹੜੇ 52 ਵੀਰ ਜਾਂ ਨੰਦੀ ਭ੍ਰਿੰਗੀ ਹੈ, ਬੰਕੇ ਕਹੀਏ ਟੇਢੇ ਜਿਹੇ ਹੋ ਕੇ ਬਿਹਾਰੰਗ ਵਿਚਰ ਰਹੇ ਹਨ, ਤੁਰੇ ਫਿਰਦੇ ਹਨ ਵਿੰਗੇ ਟੇਢੇ ਜਿਹੇ ਹੋਏ। ਭੂਤਾਂ ਦੇ ਸਰਦਾਰ ਉਹ ਵੀ ਬੰਕੇ ਟੇਢੇ ਜਿਹੇ ਹੋਏ ਵਿਚਰਦੇ ਹਨ, ਇੱਕ ਦੂਜੇ ਨੂੰ ਟੇਢਾ ਜਿਹਾ ਬੋਲਦੇ ਹਨ। ਕਹੋ ਭੂਤ ਪ੍ਰੇਤੰ ਹਸੈ ਮਾਸਹਾਰੰ। ਕਿਤੇ ਭੂਤ ਮਾਸ ਦਾ ਭੋਜਨ ਖਾ ਕੇ ਹੱਸਦੇ ਹੈ, ਕਿਤੇ ਪ੍ਰੇਤ ਜਿਹੜੇ ਹੈ ਉਹ ਮਾਸ ਦਾ ਭੋਜਨ ਖਾ ਕੇ ਹੱਸ ਰਹੇ ਹਨ। ਰਸਾਵਲ ਛੰਦ ਮਹਾਵੀਰ ਗੱਜੇ। ਖਾਲਸਾ ਜੀ ਜੰਗ ਦੇ ਮੈਦਾਨ ਵਿੱਚ ਛੋਟੇ ਮੋਟੇ ਨਹੀਂ, ਬਹੁਤ ਤਗੜੇ ਸੂਰਬੀਰ ਗੱਜ ਰਹੇ ਸਨ। ਸੁਣਾ ਮੇਘ ਲੱਜੈ। ਜਿਨ੍ਹਾਂ ਦੀ ਗਰਜ ਨੂੰ ਸੁਣ ਕੇ ਬੱਦਲ ਵੀ ਸ਼ਰਮਸ਼ਾਰ ਹੁੰਦੇ ਸਨ ਵੀ ਇਹੋ ਜਿਹਾ ਗਰਜਣਾ ਤੇ ਸਾਡਾ ਵੀ ਨਹੀਂ ਹੈ ਭਿਆਨਕ। ਝੰਡਾ ਗੱਡ ਗਾਡੇ। ਐਵੇਂ ਸੂਰਮੇ ਜਿਹੜੇ ਨਾ ਜੰਗ ਦੇ ਮੈਦਾਨ ਵਿੱਚ ਆਪਣੇ ਝੰਡੇ ਨਿਸ਼ਾਨ ਸਾਹਿਬ ਨੂੰ ਗਾਡੇ ਕਹੀਏ ਚੰਗੀ ਤਰ੍ਹਾਂ ਗੱਡਦੇ ਆ, ਪੂਰਾ ਥਾਂ ਜਿਹਾ ਪੁੱਟ ਕੇ। ਮੰਡੇ ਰੋਸ ਬਾਡੇ। ਬਹੁਤ ਰੋਸ ਰੋਹ ਨਾਲ ਜੰਗ ਕਰਨ ਵਿੱਚ, ਯੁੱਧ ਕਰਨ ਵਿੱਚ, ਮੰਡੇ ਕਹੀਏ ਯੁੱਧ ਵਿੱਚ ਲੜ ਰਹੇ ਹਨ। ਕਿਰਪਾਣੰ ਕਟਾਰੰ। ਕਿਰਪਾਨਾਂ ਬੜੀਆਂ ਤਿੱਖੀਆਂ ਲਿਸ਼ਕਦੀਆਂ ਬਿਜਲੀ ਵਾਂਗ, ਤੇ ਕਟਾਰਾਂ ਤਿੱਖੀਆਂ। ਭਿਰੇ ਰੋਸ ਧਾਰੰ। ਇਹਨਾਂ ਨੂੰ ਫੜ ਕੇ ਸੂਰਮੇ ਬਹੁਤਾ ਗੁੱਸਾ ਜਿਹਾ ਧਾਰ ਕੇ ਕ੍ਰੋਧ ਨਾਲ, ਜਦੋਂ ਕਿਸੇ ਸ਼ਸਤਰ ਜਿਹਾ ਲੱਗਦਾ ਜਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ, ਗੁੱਸਾ ਜਿਹਾ ਹੁੰਦਾ ਹੈ, ਤੇ ਜੰਗ ਕਰ ਰਹੇ ਭਿੜੇ ਹਨ ਆਪੋ ਵਿੱਚ ਹੀ। ਮਹਾਂਵੀਰ ਬੰਕੰ। ਜਿਹੜੇ ਸੂਰਮੇ ਬਹੁਤ ਜਵਾਨ ਸੁੰਦਰ ਹਨ ਤੇ ਟੇਢੀਆਂ ਅੱਖਾਂ ਨਾਲ ਤੱਕਦੇ ਇੱਕ ਦੂਜੇ ਨੂੰ। ਭਿਰੇ ਭੂਮ ਹੰਕੰ। ਜਦੋਂ ਆਪੋ ਵਿੱਚ ਹੀ ਸੂਰਮੇ ਦੋਵੇਂ ਧਿਰਾਂ ਦੇ ਭਿੜੇ ਹੈ ਤੇ ਧਰਤੀ ਜਿਹੜੀ ਹੈ ਕੰਬਦੀ ਹੈ, ਹਲਚਲ ਹੁੰਦੀ ਧਰਤੀ ਵਿੱਚ। ਮਚੇ ਸੂਰ ਸ਼ਸਤਰੰ। ਜਿਹੜੇ ਸੂਰਮੇ ਹੈ ਸ਼ਸਤਰ ਲੈ ਕੇ ਹੱਥਾਂ ਵਿੱਚ ਬੜੇ ਜੰਗ ਵਿੱਚ ਮੱਚੇ ਹੈ, ਜੁਟ ਰਹੇ ਹਨ ਦੂਓ ਦੂ। ਉੱਠੀ ਚਾਰ ਅਸਤਰੰ। ਅਸਤਰ ਜਿਹੜੇ ਹੱਥੋਂ ਛੱਡ ਕੇ ਮਾਰਨ ਵਾਲੇ ਹਥਿਆਰ ਹਨ, ਤੀਰ ਚੱਕਰ
ਦੂਰੋਂ ਵਰਸ਼ਾ ਸੁੱਟ ਕੇ ਮਾਰਨ ਵਾਲੇ। ਇਵੇਂ ਅਸਤਰਾਂ ਦੀ ਜਿਹੜੀ ਝਾੜ ਹੈ, ਵਾਛੜ ਉਹ ਉੱਠੀ ਇੱਕਦਮੀ, ਜਾਂ ਅਸਤਰ ਬੜੇ ਲਿਸ਼ਕਦੇ ਹੈ ਅਤੇ ਜੰਗ ਵਿੱਚ ਬਹੁਤ ਉਹਨਾਂ ਦੀ ਵਾਛੜ ਉੱਠੀ ਹੈ। ਸ਼ਸਤਰਾਂ ਦੇ ਅਸਤਰ ਦੀ ਝਾੜ ਲਿਸ਼ਕ ਬੜੀ ਉੱਠ ਰਹੀ ਹੈ, ਬਹੁਤ ਉੱਥੇ ਵਾਛੜ ਲੱਗੀ ਹੋਈ ਹੈ ਅਸਤਰਾਂ ਸ਼ਸਤਰਾਂ ਦੀ। ਕਿਰਪਾਣੰ ਕਟਾਰੰ ਕਿਰਪਾਨਾਂ ਤੇ ਕਟਾਰਾਂ ਹਰੀ ਲੋਹ ਮਾਰੰ। ਗੱਲ ਕੀ ਕਿ ਲੋਹ ਕਈ ਸ਼ਸਤਰਾਂ ਦੀ ਮਾਰ ਬਹੁਤੀ ਜੰਗ ਵਿੱਚ ਖਾਲਸਾ ਜੀ ਪਈ ਉਦੋਂ। ਭੁਜੰਗ ਭਰਿਆਤ ਛੰਦ ਹਲਬੀ ਜਨਬੀ ਸਰੋਹੀ ਦੁਧਾਰੀ। ਹਲੱਬੀ ਜਿਹੜਾ ਅਸਾਮ ਵਿੱਚ ਇੱਕ ਇਲਾਕਾ ਹੈ, ਹਲੱਬੀ, ਉੱਥੋਂ ਦੀ ਬਣੀ ਹੋਈ ਤਲਵਾਰ ਉਹਨੂੰ ਹਲੱਬੀ ਕਹਿੰਦੇ ਹੈ। ਜਿਹੜੀ ਜਨਬੀ ਸ਼ਹਿਰ ਦੀ ਬਣੀ ਉਹ ਜਨਬੀ ਤਲਵਾਰ, ਸਰੋਹੀ ਸ਼ਹਿਰ ਦੀ ਬਣੀ ਸਰੋਹੀ ਤਲਵਾਰ। ਇਹ ਦੋ ਧਾਰਾਂ ਵਾਲੀਆਂ ਤਿੱਖੀਆਂ ਤਲਵਾਰਾਂ। ਬਹੀ ਕੋ ਪ੍ਰਕਾਤੀ ਕਿਰਪਾਣੰ ਕਟਾਰੀ। ਤਲਵਾਰਾਂ ਚੱਲ ਰਹੀਆਂ ਦੋ ਦੋ ਧਾਰਾਂ ਵਾਲੀਆਂ, ਤੇ ਗੁੱਸੇ ਵਿੱਚ ਆ ਕੇ ਕਾਤੀਆਂ ਜਿਹੜੀਆਂ ਛੁਰੀਆਂ, ਕਿਰਪਾਨਾਂ, ਕਟਾਰੀਆਂ ਬਹੁਤ ਬਹੀਆਂ ਹਨ। ਇੱਕ ਚਲਾ ਰਹੇ ਸੂਰਮੇ। ਕਹੂੰ ਸਹਥੀਅੰ ਕਹੂੰ ਸੁਧ ਸੇਲੰ। ਕਿਤੇ ਤੇ ਜਿਹੜੀਆਂ ਲੋਹੇ ਦੀਆਂ ਬਰਸ਼ੀਆਂ ਚੱਲ ਰਹੀਆਂ, ਕਿਤੇ ਸੁੱਧ ਨਿਰੇ ਸੇਲੰ, ਕਈ ਨੇਜੇ ਹੀ ਚੱਲ ਰਹੇ ਹਨ। ਕਹੂੰ ਸੇਲ ਸਾਂਗੰ ਭਈ ਰੇਲ ਪਹਿਲੰ। ਕਿਤੇ ਨੇਜੇ ਤੇ ਬਰਸ਼ੀਆਂ ਚੱਲ ਰਹੀਆਂ, ਫਿਰ ਆਪੋ ਵਿੱਚ ਹੀ ਸੇਲੇ ਦੇ ਬਰਸ਼ੀਆਂ ਨਾਲ ਧੱਕਮ ਧੱਕਾ ਹੋ ਰਿਹਾ ਹੈ। ਰੇਲ ਪੇਲ ਪੈ ਰਹੀ ਹੈ, ਧੱਕਮ ਧੱਕਾ ਹੋ ਰਿਹਾ ਬਰਸ਼ੀਆਂ ਦੇ ਸੇਲਿਆਂ ਨੇਜਾਂ ਨਾਲ ਇੱਕ ਦੂਜੇ ਨੂੰ ਧੱਕਦੇ ਆ ਸੂਰਮੇ। ਨਰਾਜ ਛੰਦ ਸਰੋਖ ਸੂਰ ਸਾਜਿਅੰ। ਜਿਹੜੇ ਸੂਰਮੇ ਆ ਬੜੇ ਰੋਹ ਗੁੱਸੇ ਦੇ ਨਾਲ ਸਜੇ ਹੋਏ ਹਨ ਜੰਗ ਦੇ ਮੈਦਾਨ ਵਿੱਚ। ਵਿਸਾਰ ਸੰਖ ਭਾਜਿਅੰ। ਸ਼ੰਕਾ ਮਰਨ ਦੀ ਭੁਲਾ ਕੇ ਤੇ ਸਜ ਰਹੇ ਹੈ, ਗੱਜਦੇ ਹਨ। ਇਹ ਨਹੀਂ ਵੀ ਮਰਨ ਦਾ ਡਰ ਵੀ ਮਰ ਜਾਵਾਂਗੇ ਪਿੱਛੇ ਹੁੰਦੇ ਆ। ਮਰਨ ਦੀ ਸ਼ੰਕਾ ਭੁਲਾ ਕੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਇਸ ਤਰ੍ਹਾਂ ਨਾਲ ਹੋ ਕੇ ਕਿ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਕਿ ਜੰਗ ਦਾ ਮੈਦਾਨ ਨਾ ਛੱਡੇ ਜਿਹੜਾ ਸੂਰਮਾ। ਇਸ ਤਰ੍ਹਾਂ ਸ਼ੰਕਾ ਮਰਨ ਦੀ ਭੁਲਾ ਕੇ ਸੱਜ ਰਹੇ ਆ, ਬਿਰਾਜ ਰਹੇ ਆ, ਲੜ ਰਹੇ ਹਨ। ਨਿਸ਼ੰਕ ਸ਼ਸਤਰ ਮਾਰਹੀ। ਨਿਸ਼ੰਕ ਸ਼ੰਕਾ ਤੋਂ ਰਹਿਤ ਹੋ ਕੇ ਨਾ, ਨਿਸ਼ੰਕ ਨਿਝੱਕ ਹੋ ਕੇ ਸ਼ਸਤਰ ਇੱਕ ਮਾਰਦੇ ਇੱਕ ਦੂਜੇ ਨੂੰ। ਇਹ ਨਹੀਂ ਵੀ ਡਰ ਕੇ ਮਾਰਦੇ ਵੀ ਥਾਂਗ ਤਾਂ ਨਾ ਵਾਜੇ ਮਰ ਜੂਗਾ ਇਹ, ਜਾਂ ਨਾ ਮਾਰੀਏ ਇੱਥੇ ਅੰਗ ਤੇ ਨਾ ਮਾਰੀਏ। ਨਿਸੰਗ ਹੋ ਕੇ ਨਿਝੱਕ ਹੋ ਕੇ ਸ਼ਸਤਰ ਮਾਰਦੇ ਇੱਕ ਦੂਸਰੇ ਦੇ। ਉਤਾਰ ਅੰਗ ਡਰਹਿ। ਅੰਗ ਜੇ ਲਾ ਕੇ ਉਹ ਸੁੱਟ ਦਿੰਦੇ ਆ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਕਿਸੇ ਦੇ ਗਰਦਨ ਲਾ ਕੇ ਸੁੱਟ ਦਿੰਦੇ ਹਨ। ਕਛੂ ਨਾ ਕਾਨ ਰੱਖਹਿ। ਖਾਲਸਾ ਜੀ ਉਹ ਸੂਰਮੇ ਕਿਸੇ ਦੀ ਜਿਹੜੀ ਕੋਈ ਪਰਵਾਹ ਆਣ ਪਨੌੜ ਨਹੀਂ ਰੱਖਦੇ, ਮੰਨਦੇ। ਸੋ ਮਾਰ ਮਾਰ ਭਖਹਿ। ਬਸ ਲੜਦੇ ਹੋਏ ਆਪੋ ਵਿੱਚ ਹੀ ਮਾਰ ਦੋ ਮਾਰ ਦੋ, ਮਾਰ ਲੋ ਮਾਰ ਲੋ ਕਹਿੰਦੇ ਹਨ, ਬੋਲ ਰਹੇ ਸੀ। ਸੋ ਹਾਂਕ ਹਾਠ ਰੇਲਿਅੰ। ਉਹ ਸੂਰਮੇ ਐਵੇਂ ਹਠੀਲੇ, ਬੜੇ ਹਠੀਏ, ਬੜੇ ਹਾਂਗ ਕਹੀਏ, ਜ਼ੋਰ ਨਾਲ ਹਾਕਾਂ ਲਲਕਾਰਾਂ ਰੇਲਿਆਂ ਕਹੀਏ ਮਾਰਦੇ ਹਨ। ਅਨੰਤ ਸ਼ਸਤਰ ਚੇਲਿਅੰ। ਤੇ ਬੇਅੰਤ ਬੇਅੰਤ ਸ਼ਸਤਰਾਂ ਦੀ ਮਾਰ ਆਪਣੇ ਸਰੀਰਾਂ ਉੱਪਰ ਝੇਲਦੇ ਹੈ। ਜਿਹੜਾ ਸ਼ਸਤਰ ਦਾ ਵਾਰ ਹੁੰਦਾ ਸਰੀਰ ਦੇ ਖਿੜੇ ਮੱਥੇ ਸਹਿੰਦੇ ਹਨ। ਹਜ਼ਾਰ ਹੂਰ ਅੰਬਰੰ। ਉਧਰ ਜਿਵੇਂ ਵੀ ਸ਼ਹੀਦਾਂ ਦੇ ਜਿਹੜੇ ਸ਼ਹੀਦ ਹੁੰਦੇ ਉਹਨਾਂ ਦੇ ਦੋਵਾਂ ਹੱਥਾਂ ਵਿੱਚ ਲੱਡੂ ਹੁੰਦੇ ਸੂਰਮੇ ਦੇ। ਜੇ ਉਹ ਜਿੱਤਦੇ ਆ ਤੇ ਦੁਨੀਆ 'ਤੇ ਰਾਜ ਭਾਗ ਪਾਉਂਦੇ ਆ, ਜੇ ਸ਼ਹੀਦ ਹੁੰਦੇ ਤੇ ਸਿੱਧਾ ਉਹਨਾਂ ਨੂੰ ਸੱਚਖੰਡ ਦੀ ਪ੍ਰਾਪਤੀ ਹੈ, ਦੇਵਲੋਕ ਦੀ ਪ੍ਰਾਪਤੀ ਹੈ। ਗੁਰੂ ਮਹਾਰਾਜ ਕਹਿੰਦੇ ਆ ਇਵੇਂ ਜੰਗ ਖਾਲਸਾ ਜੀ ਹੋ ਰਿਹਾ ਹੈ ਆਪੋ ਵਿੱਚ ਹੀ, ਅਤੇ ਉਧਰ ਆਕਾਸ਼ ਦੇ ਵਿੱਚ ਹਜ਼ਾਰਾਂ ਹੀ ਅਪਸ਼ਰਾਂ ਜਿਹੜੀਆਂ ਫਿਰ ਰਹੀਆਂ ਹਨ। ਵਿਰੁੱਧ ਕੈ ਸਵੰਬਰੰ। ਵਿਰੁੱਧ ਕੈ ਇੱਕ ਦੂਜੀ ਤੋਂ ਅੱਗੇ ਹੋ ਕੇ ਨਾ, ਜਿਹੜਾ ਸੂਰਮਾ ਅੱਗੇ ਹੋ ਕੇ ਲੜਦਾ ਹੈ ਅਤੇ ਸ਼ਹੀਦੀ ਪਾਉਂਦਾ ਹੈ,
ਉਹਨਾਂ ਸੂਰਮਿਆਂ ਨੂੰ ਅੱਗੇ ਹੋ ਕੇ ਸਵੰਬਰਨ ਵਿਆਹੁਣ ਵਾਸਤੇ ਵਰਨ ਵਾਸਤੇ ਸਵੰਬਰ ਕਰਦੀਆਂ ਫਿਰ ਰਹੀਆਂ ਆਕਾਸ਼ ਵਿੱਚ। ਕਰੂਰ ਭਾਂਤ ਡੋਲਹੀ ਬੜੇ ਭਿਆਨਕ ਜੋਸ਼ ਨਾਲ ਸੂਰਮੇ ਬਹੁਤ ਤਰ੍ਹਾਂ ਨਾਲ ਡੋਲਦੇ ਜੇ ਫਿਰਦੇ ਐ। ਸੋ ਮਾਰ ਮਾਰ ਬੋਲਹੀ ਬੜੀਆਂ ਭਿਆਨਕ ਸ਼ਕਲਾਂ ਵਿੱਚ ਸੂਰਮੇ ਮੈਦਾਨ ਵਿੱਚ ਡੋਲਦੇ ਫਿਰਦੇ ਐ ਤੇ ਸੋ ਮਾਰ ਮਾਰ ਬੋਲਹੀ ਇੱਕ ਦੂਜੇ ਨੂੰ ਮਾਰ ਲੋ ਫੜ ਲੋ ਹੀ ਬੋਲਦੇ ਹਨ। ਕਹੋਂ ਕੇ ਅੰਗ ਕਟਿਆਂ ਆ ਕਿਸੇ ਦੇ ਤੇ ਜਿਹੜੇ ਅੰਗ ਜੇ ਕੱਟ ਵੱਢ ਸੁੱਟੇ ਹਨ। ਕਹੋਂ ਸਰੋਹ ਪਟਿਆਂ ਤੇ ਕਿਸੇ ਦੇ ਸਰੋਹ ਸੱਸੇ ਅੰਕੜ ਲਾ ਕੇ ਸਰੋਹ ਕਿਸੇ ਦੇ ਜਿਹੜੇ ਵਾਲ ਹੈ ਸਰੋਹ ਕਹੀਏ ਵਾਲ ਕੇਸ ਜੇ ਪੁੱਟੇ ਗਏ ਹਨ। ਕਹੋਂ ਸੋ ਮਾਸ ਪੱਛੀਆਂ ਕਿਸੇ ਦੇ ਮਾਸ ਨੂੰ ਮੁੱਛੀਆਂ ਪਾਠ ਕੇ ਕਿਸੇ ਦਾ ਜਿਹੜਾ ਮਾਸ ਜਿਹਾ ਛਿੱਲ ਦਿੱਤਾ ਹੈ, ਮਾਸ ਜਿਹਾ ਕੱਟ ਦਿੱਤਾ, ਮੁੱਛੀਆਂ ਪਾਠ ਹੈ ਸ਼ੁੱਧ। ਕਹੂੰ ਸੋ ਮਾਸ ਮੁੱਛੀਆਂ ਕਿਸੇ ਦਾ ਮਾਸ ਕੱਟ ਦਿੱਤਾ ਹੈ, ਕੱਟਿਆ ਗਿਆ ਛਿੱਲਿਆ ਗਿਆ ਹੈ। ਗਿਰੇ ਸੋ ਤਛ ਮੁੱਛੀਆਂ ਕਈ ਕੁ ਜਿਹੜੇ ਉੱਥੇ ਹੈ ਵੱਡੇ ਟੁੱਕੇ ਡਿੱਗ ਪਏ ਹਨ। ਧਮਾਕ ਢੋਲ ਢਾਲਿਆਂ ਜੰਗ ਦੇ ਮੈਦਾਨ ਵਿੱਚ ਢੋਲ ਤੇ ਢਾਲਾਂ ਦੀ ਟਮਕਾਰ ਪੈ ਰਹੀ ਹੈ। ਐਵੇਂ ਢੋਲਾਂ ਵਾਂਗ ਢਮ ਦੀ ਢਮਕ ਦੀ ਆਵਾਜ਼ ਆਉਂਦੀ ਹੈ। ਹਰੋਲ ਹਾਲ ਚਾਲਿਆਂ ਜਿਹੜੇ ਜਥੇਦਾਰਾਂ ਦੇ ਦਸਤੇ ਹੈ ਉਹ ਲੜਨ ਵਾਸਤੇ ਜਿਹੜੇ ਅੱਗੇ ਚੱਲ ਰਹੇ ਹਨ ਜਾਂ ਹਰੋਲ ਹਾਲ ਧੌਂਸਿਆਂ ਨਗਾਰਿਆਂ ਦੀ ਹਲਚਲ ਪਈ ਹੋਈ ਹਲਚਲ ਮਚ ਰਹੀ ਹੈ। ਚਟਾਕ ਝਟ ਬਾਹੀਆਂ ਜਿਹੜੇ ਸੂਰਮੇ ਹੈ ਉਹ ਬੜੀ ਤੇਜ਼ੀ ਨਾਲ ਝਟ ਸ਼ਸਤਰਾਂ ਨੂੰ ਵਾਹੁੰਦੇ ਹਨ। ਸੋ ਵੀਰ ਸੈਨ ਗਾਹੀਆਂ ਸੂਰਮਿਆਂ ਦੀ ਜਿਹੜੀ ਸੈਨਾ ਹੈ ਦੂਸਰੇ ਸੂਰਮੇ ਗਾਹੀਆਂ ਕਈ ਲਤਾੜ ਰਹੇ ਆ ਰੋਲ ਰਹੇ ਹਨ। ਨਵਾਂ ਨਿਸ਼ਾਨ ਬਾਜਿਆਂ ਨਵੇਂ ਨਿਸ਼ਾਨੇ ਧੌਂਸੇ ਨਗਾਰੇ ਜਿਹੜੇ ਮੜ ਕੇ ਲਿਆਂਦੇ ਜੰਗ ਦੀ ਤਿਆਰੀ ਵਾਸਤੇ ਉਹ ਬੜੇ ਜ਼ੋਰ ਦੇ ਨਾਲ ਵੱਜਦੇ ਨਗਾਰੇ। ਸੋ ਵੀਰ ਧੀਰ ਗਾਜਿਆਂ ਜਿਹੜੇ ਸੂਰਮੇ ਹੈ ਬੜੇ ਧੀਰਜ ਵਾਲੇ ਹੈ ਉਹ ਡਰਦੇ ਨਹੀਂ ਹੈ, ਹੌਸਲਾ ਰੱਖ ਕੇ ਗੱਜਦੇ ਹਨ ਜੰਗ ਦੇ ਮੈਦਾਨ ਵਿੱਚ। ਕਿਰਪਾਨ ਬਾਣ ਬਾਹੀ ਕਿਰਪਾਨ ਕੋਈ ਵਾਹੁੰਦਾ ਤੇਜ਼ੀ ਨਾਲ, ਕੋਈ ਤੀਰ ਚਲਾਉਂਦਾ ਬੜੀ ਤੇਜ਼ੀ ਨਾਲ, ਸਰ ਕਰਦੇ ਛੱਡਦੇ ਹਨ। ਆਜ਼ਾਦ ਅੰਗ ਲਾਹੀ ਆਜ਼ਾਦ ਬੇਖਬਰੀ ਅਚਨਚੇਤ ਅਚਾਨਕ ਹੀ ਅੰਗ ਜਿਹੜੇ ਲਾ ਕੇ ਸੁੱਟ ਰਹੇ ਆ, ਪਤਾ ਨਹੀਂ ਲੱਗਦਾ ਇੱਕਦਮ ਹੀ ਵਾਰ ਜਾ ਛੱਡਦੇ ਆ। ਇੱਕ ਛੱਡਦੇ ਤਸਰੀ ਸਾਹਿਬ ਨਾਲ ਹੀ ਬਾਂਹ ਜੀ ਲਾ ਕੇ ਰੱਖ ਦਿੰਦੇ। ਤਲਵਾਰ ਤੇ ਇੰਨੀ ਤੇਜ਼ੀ ਨਾਲ ਚਲਾ ਰਹੇ ਆ ਪਤਾ ਨਹੀਂ ਲੱਗਦਾ ਵੀ ਕਿਹਦਾ ਧੌਣ ਜੀ ਲਾ ਕੇ ਮਾਰਦੇ ਕਿਹਦਾ ਹੱਥ ਲਾ ਕੇ ਸੁੱਟ ਦਿੰਦੇ ਹਨ। ਵਿਰੁੱਧ ਕ੍ਰੋਧ ਰਾਜਿਆਂ ਐਵੇਂ ਬੜੇ ਕ੍ਰੋਧ ਨਾਲ ਇੱਕ ਦੂਜੇ ਦੇ ਵਿਰੁੱਧ ਹੋ ਕੇ ਵਿਰੋਧੀ ਹੋ ਕੇ ਵੈਰ ਵਿਰੋਧ ਤੇ ਕ੍ਰੋਧ ਨਾਲ ਰਾਜਿਆਂ ਕਈਏ ਸੱਜ ਰਹੇ ਹਨ। ਨਾ ਚਾਰ ਪੈਰ ਭਾਜਿਆਂ ਰਾਜਿਆਂ ਜਾਂ ਵੀ ਅੱਗੇ ਹੋ ਕੇ ਵਧ ਰਹੇ ਕ੍ਰੋਧ ਵਿਰੋਧ ਦੇ ਨਾਲ ਤੇ ਨਾ ਚਾਰ ਪੈਰ ਭਾਜਿਆਂ। ਜਦੋਂ ਲੜਦੇ ਇਹ ਬਹੁਤੇ ਕੀ ਚਾਰ ਪੈਰ ਵੀ ਪਿਛਾਂਹ ਵੱਲ ਨਹੀਂ ਮੁੜਦੇ, ਪਿੱਛੇ ਨਹੀਂ ਹਟਦੇ। ਸੰਭਾਲ ਸ਼ਸਤਰ ਗਾਜਹੀ ਆਪੋ ਆਪਣੇ ਸ਼ਸਤਰ ਸੰਭਾਲ ਕੇ, ਜਿਦ ਕੋ ਤਲਵਾਰ ਹੈ ਤਲਵਾਰ ਸੰਭਾਲਦਾ, ਜਿਦ ਕੋ ਨੇਜਾ ਸੰਭਾਲਦਾ, ਜਿਦ ਕੋ ਗੰਡਾਸਾ ਕੁਹਾੜਾ ਜੋ ਵੀ ਹੈ ਉਹ ਸ਼ਸਤਰ ਆਪਣੇ ਸੰਭਾਲਦੇ ਤੇ ਗੱਜਦੇ ਹਨ ਬੜੀ ਭਿਆਨਕ ਆਵਾਜ਼ਾਂ ਨਾਲ। ਸੋ ਨਾਦ ਮੇਘ ਲਾਜਹੀ ਉਸ ਸੂਰਮਿਆਂ ਦੀ ਗਰਜ ਨੂੰ ਸੁਣ ਕੇ, ਉਸ ਨਾਦ ਕਹੀਏ ਆਵਾਜ਼ ਨੂੰ ਸੁਣ ਕੇ ਬੱਦਲ ਵੀ ਸ਼ਰਮਸ਼ਾਰ ਹੁੰਦੇ ਵੀ ਇੰਨੀ ਦੇ ਆਵਾਜ਼ ਭਿਆਨਕ ਸਾਡੀ ਵੀ ਨਹੀਂ ਹੈ। ਹਲੰਕ ਹਾਕ ਮਾਰਹੀ ਸੂਰਮੇ ਦੇ ਹਾਕ ਮਾਰਦੇ ਮੈਦਾਨ ਵਿੱਚ। ਹਲੰਕ ਦਿਲ ਕੰਬਾਊ, ਦਿਲ ਨੂੰ ਹਿਲਾਉਣ ਵਾਲੀ ਹੌਲ ਪਾ ਦੇਣੀ, ਹੌਲਨਾਕ ਹਾਕ ਮਾਰਦੇ ਜੋ ਨਾਲ ਲਲਕਾਰੇ ਮਾਰਦੇ ਹਨ। ਸਰਕ ਸ਼ਸਤਰ ਝਾਰਹੀ ਸ਼ਸਤਰ ਜਿਹੜਾ ਸਰਕ ਕਰਦਾ ਸਰਰ ਕਰਦਾ ਬੜੀ ਤੇਜ਼ੀ ਨਾਲ
ਫੁਰਤੀ ਨਾਲ ਇੱਕ ਦੂਜੇ ਤੇ ਉੱਪਰ ਝਾੜਦੇ, ਤਲਵਾਰ ਛੰਡਦੇ ਐ। ਫਿਰੇ ਵਿਸਾਰ ਸੋ ਕਿਅੰ ਆਪਣਾ ਮੌਤ ਦਾ ਸੋਗ ਗਮ ਜਿਹਾ ਭੁਲਾ ਕੇ ਵੀ ਮਰ ਜਾਵਾਂਗੇ, ਪਰਿਵਾਰ ਵਿਚਾਰਾ ਇਕੱਲਾ ਪੈ ਜਾਊਗਾ, ਕੀ ਕਰਾਂਗੇ। ਇਵੇਂ ਸੋਕ ਮਰਦਾ ਭੁਲਾ ਕੇ ਬੜੇ ਭਿੜੇ ਹੋਏ ਐ। ਸਿਧਾਰ ਦੇਵ ਲੋਕਿਅੰ ਜਿਸ ਕਰਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਸ਼ਹੀਦੀ ਪਾ ਕੇ ਤੇ ਦੇਵਲੋਕ ਨੂੰ ਚਲੇ ਜਾ ਰਹੇ ਹਨ। ਰਿਸਾ ਬਿਰੁੱਧ ਬੀਰਿਅੰ ਇੱਕ ਦੂਜੇ ਦੇ ਵਿਰੁੱਧ ਹੋ ਕੇ, ਗੁੱਸਾ ਕਰਕੇ, ਵੈਰ ਜਾ ਰੱਖ ਕੇ ਸੂਰਮੇ ਸੋ ਮਾਰ ਝਾਲ ਤੀਰਿਅੰ ਜਿਹੜੇ ਤੀਰਾਂ ਦੀ ਝਾੜ ਵਾਛੜ ਉਹ ਲਾ ਦਿੱਤੀ ਹੈ ਤੇ ਬਹੁਤਿਆਂ ਨੂੰ ਮਾਰ ਰਹੇ ਹਨ। ਸ਼ਬਦ ਸੰਖ ਬੱਜਿਅੰ ਜੰਗ ਦੇ ਮੈਦਾਨ ਵਿੱਚ ਸੰਖਾਂ ਦੇ ਸ਼ਬਦਾਂ ਦੀ ਆਵਾਜ਼ ਹੁੰਦੀ ਹੈ, ਸੰਖ ਵੱਜਦੇ ਹੈ ਬਹੁਤ। ਸੋ ਵੀਰ ਧੀਰ ਸੱਜਿਅੰ ਜਿਹੜੇ ਸੂਰਮੇ ਨਾ ਧੀਰ ਜਵਾਨ ਹੌਸਲਾ ਨਹੀਂ ਹਾਰਦੇ, ਉਹ ਵੀ ਬੜੇ ਸੱਜ ਰਹੇ ਆ, ਕੋਈ ਫਿਕਰ ਨਹੀਂ ਹੈ, ਸੂਰਮੇ ਨੂੰ ਫਿਕਰ ਹੁੰਦਾ ਵੀ ਨਹੀਂ ਹੈ। ਰਸਾਵਲ ਛੰਦ ਤੋਰੀ ਸੰਖ ਬਾਜੇ ਤੁਰੀ ਗੁਰੂ ਮਹਾਰਾਜ ਕਹਿੰਦੇ ਖਾਲਸਾ ਜੀ, ਮੈਂ ਜੰਗ ਦੇ ਮੈਦਾਨ ਵਿੱਚ ਤੁਰੀਆਂ ਤੂਤੀਆਂ ਸੰਖ ਵੱਜ ਰਹੇ ਸਨ। ਮਹਾਬੀਰ ਸਾਜੇ ਆ ਮਾੜੇ ਮੋਟੇ ਨਹੀਂ ਜੰਗ ਦੇ ਮੈਦਾਨ ਵਿੱਚ ਕੰਮ ਚਲਾਊ, ਸਾਰੇ ਮਹਾਬੀਰ ਬਹੁਤ ਵੱਡੇ ਸੂਰਮੇ ਹੀ ਸੱਜ ਰਹੇ ਸਨ। ਨੱਚਾ ਤੁੰਦ ਤਾਜੀ ਇਧਰੋਂ ਜਿਹੜੇ ਤਾਜੀ ਘੋੜੇ ਐ, ਤੁੰਦ ਬੜੇ ਚਲਾਕ ਤੇਜ਼ੀ ਨਾਲ ਚੱਲਣ ਵਾਲੇ, ਉਹ ਵੀ ਜੰਗ ਦੇ ਮੈਦਾਨ ਵਿੱਚ ਨੱਚੇ ਤਾਂ ਨੂੰ ਪੌੜ ਜੇ ਕਰਕੇ। ਮੱਚੇ ਸੂਰ ਗਾਜੀ ਗਾਜੀ ਕਹੀਏ ਸੂਰਮੇ, ਸੂਰਬੀਰ ਜਿਹੜੇ ਸੂਰਮੇ ਸੂਰਬੀਰ ਉਹ ਵੀ ਬੜੇ ਜੰਗ ਵਿੱਚ ਮੱਚੇ ਐ, ਬੜਾ ਅੱਗੇ ਹੋ ਕੇ ਯੁੱਧ ਲੜ ਰਹੇ ਹਨ। ਝਿਮੀ ਤੇਜ ਤੇਗੰ ਜਿਹੜੀਆਂ ਤਿੱਖੀਆਂ ਤੇਜ ਤਰਾਰੀਆਂ ਤੇਗਾਂ ਤਲਵਾਰਾਂ ਬੜੀਆਂ ਲਿਸ਼ਕਦੀਆਂ ਹਨ। ਮਨ ਬਿਜ ਬੇਗੰ ਮਾਨੋ ਜਿਹੜੀ ਬਿਜਲੀ ਹੈ ਉਹੀਓ ਆਕਾਸ਼ ਵਿੱਚ ਤੇਜ਼ੀ ਨਾਲ ਬੱਦਲ ਪਾੜ ਕੇ ਲਿਸ਼ਕ ਰਹੀ ਹੈ। ਇਸ ਤਰ੍ਹਾਂ ਸੂਰਮਿਆਂ ਦੀ ਜਿਹੜੀਆਂ ਤਲਵਾਰਾਂ ਨਾ ਉਹ ਲਿਸ਼ਕ ਰਹੀਆਂ ਹਨ। ਜਿਵੇਂ ਬਾਬਾ ਅਜੀਤ ਸਿੰਘ ਜੀ ਦੀ ਤਲਵਾਰ ਚਮਕੌਰ ਸਾਹਿਬ ਦੀ ਗੜੀ ਵਿੱਚ ਹੀ ਇਵੇਂ ਲਿਸ਼ਕਦੀ, ਜਿਵੇਂ ਬੱਦਲਾਂ ਨੂੰ ਚੀਰ ਕੇ ਬਿਜਲੀ ਪ੍ਰਕਾਸ਼ ਕਰਦੀ ਹੈ। ਇਸੇ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਦੀ ਜਿਹੜੀ ਤਲਵਾਰ ਸੀ ਉਹ ਚਮਕੌਰ ਦੀ ਗੜੀ ਵਿੱਚ ਸੂਰਮਿਆਂ ਰੂਪੀ ਜਿਹੜੇ ਤੁਰਕ ਸਨ, ਇਹ ਬੱਦਲਾਂ ਦੀ ਨਿਆਈ ਸਨ, ਇਹਨਾਂ ਨੂੰ ਚੀਰ ਕੇ ਸ੍ਰੀ ਸਾਹਿਬ ਲਿਸ਼ਕਦੀ ਸੀ, ਪ੍ਰਕਾਸ਼ ਕਰਦੀ ਸੀ, ਨਹੀਂ ਚਮਕਦੀ ਸੀ। ਭਾਈ ਸੰਤੋਖ ਸਿੰਘ ਜੀ ਨੇ ਰਮਾਇਣ ਦੇ ਵਿੱਚ ਉਹ ਦਿੱਤਾ ਪ੍ਰਮਾਣ, ਕਹਿੰਦੇ ਬਾਬਾ ਅਜੀਤ ਸਿੰਘ ਜੀ ਦੀ ਜਿਹੋ ਜਿਹੀ ਤਲਵਾਰ ਚਮਕਦੀ ਸੀ, ਨਹੀਂ ਤੇ ਬਿਜਲੀ ਵੀ ਨਹੀਂ ਪ੍ਰਕਾਸ਼ਦੀ, ਇੰਨਾ ਉਹਦਾ ਪ੍ਰਕਾਸ਼ ਹੋ ਰਿਹਾ ਸੀ। ਐਵੇਂ ਅਤੀ ਉਪਮਾ ਅਲੰਕਾਰ ਨਾਲ ਉਹਨਾਂ ਉੱਥੇ ਲਿਖਿਆ ਹੋਇਆ ਹੈ। ਇਵੇਂ ਕਹਿ ਰਹੇ ਮਹਾਰਾਜ ਖਾਲਸਾ ਜੀ, ਜਿਹੜੀਆਂ ਤਿੱਖੀਆਂ ਤੇਜ਼ ਤਰਾਰੀਆਂ ਤਲਵਾਰਾਂ ਉਹ ਤੇ ਐਵੇਂ ਚਮਕਦੀਆਂ ਹਨ, ਮਾਨੋ ਬੱਦਲਾਂ ਨੂੰ ਚੀਰ ਕੇ ਬੜੀ ਤੇਜ਼ੀ ਨਾਲ ਬਿਜਲੀ ਲਿਸ਼ਕ ਰਹੀ ਹੈ। ਉਠੈ ਨਦ ਨਾਦੰ ਤੇ ਉੱਥੇ ਨਦ ਧੌਂਸਿਆਂ ਨਗਾਰਿਆਂ ਦੀ ਨਾਦ ਕਈ ਆਵਾਜ਼ ਐਵੇਂ ਉੱਠਦੀ ਨਿਕਲਦੀ ਹੈ। ਧੁਨੰ ਨਿਰਬਿਖਾਦੰ ਉਹ ਜਿਹੜੀ ਧੁਨੀ ਆਵਾਜ਼ ਨਿਰਬਖਾਦ, ਇੱਕ ਰਸ, ਵੱਧ ਘੱਟ ਨਹੀਂ, ਇੱਕ ਰਸ ਹੋ ਰਹੀ ਹੈ। ਤੇ ਨਿਰਬਖਾਦੰ, ਬਖਾਦ ਨਾਮ ਦੁੱਖ ਦਾ, ਜਿਹੜੇ ਸੂਰਮਿਆਂ ਦੇ ਭੈ ਰੂਪੀ ਦੁੱਖ ਨੂੰ ਨਾਸ ਕਰ ਰਹੀ ਹੈ ਉਹ ਆਵਾਜ਼, ਉਹ ਇੱਕ ਰਸ ਆਵਾਜ਼ ਧੌਂਸਿਆਂ ਨਗਾਰਿਆਂ ਦੀ ਉੱਠ ਰਹੀ ਹੈ। ਟੁੱਟੈ ਖਗ ਖੋਲੰ ਜੰਗ ਲੜਦਿਆਂ ਸੂਰਮਿਆਂ ਦੇ ਖੱਗ ਜਿਹੜੀਆਂ ਤਲਵਾਰਾਂ ਉਹ ਵੀ ਟੁੱਟ ਗਈਆਂ, ਖੋਲੰਗ ਜਿਹੜੇ ਟੋਪ ਲੋਹੇ ਦੇ ਉਹ ਵੀ ਟੁੱਟ ਗਏ ਹਨ। ਇਵੇਂ ਬਾਬਾ ਅਜੀਤ ਸਿੰਘ ਜੀ ਦੇ ਵੀ ਸਾਰੇ ਸ਼ਸਤਰ ਟੁੱਟ ਗਏ ਸਨ, ਅਖੀਰੀ ਕਟਾਰ ਹੀ ਕੱਢ ਲਈ ਸੀ ਉਹਨਾਂ ਵੀ। ਮੁਖੰ ਮਾਰ ਬੋਲੰ ਤੇ ਮੁੱਖੋਂ ਸੂਰਮੇ ਮਾਰ ਲੋ ਏਦਾਂ ਹੀ ਬੋਲਦੇ ਹਨ। ਧੱਕਾ ਧੀਕ ਧੱਕੰ ਮੈਦਾਨ ਵਿੱਚ ਹਰ ਪਾਸੇ ਧੱਕਮ ਧੱਕਾ ਹੀ ਹੋ ਰਿਹਾ ਹੈ। ਉਹ ਇੱਕ ਨੂੰ ਧੱਕਾ ਮਾਰਦੇ ਫਿਰ ਧੱਕੋ ਧੱਕੀ ਪੈ ਜਾਂਦੀ, ਧੱਕੇ ਤੇ ਧੱਕਾ ਪੈ ਰਿਹਾ ਇੱਕ ਦੂਜੇ ਨੂੰ। ਗਿਰੇ ਹੱਕ ਬੱਕੰ ਕਈ ਜਿਨ੍ਹਾਂ ਦੇ ਵਾਰ ਪੈ ਜਾਂਦੇ ਐ, ਤਗੜੇ ਵਾਰ ਲੱਗ ਜਾਂਦੇ, ਫਿਰ ਉਹ ਹੱਕੇ ਬੱਕੇ ਹੋ ਕੇ
ਹੈਰਾਨ ਜੇ ਹੋ ਕੇ ਵੀ ਕਿੱਧਰੋਂ ਵਾਰ ਆ ਗਏ, ਗਸ਼ ਜੀ ਖਾ ਕੇ ਡਿੱਗ ਪੈਂਦੇ ਹਨ। ਦਲੰ ਦੀਹਗਾਹੰ ਜਿਹੜਾ ਬੜਾ ਭਾਰੀ ਦਲ ਸੀ, ਇਵੇਂ ਆਪੋ ਦੋਵਾਂ ਧਿਰਾਂ ਦਾ ਹੀ ਬਹੁਤ ਸੂਰਮਿਆਂ ਦੇ ਭਾਰੀ ਦਲ ਨੂੰ ਗਾਹੰ ਕਈਏ ਲਤਾੜ ਰਹੇ ਸੂਰਮੇ। ਅਧੋ ਅੰਗ ਲਾਹੰ ਜਦੋਂ ਵਾਰ ਕਰਦੇ ਐ ਅੱਧੇ ਅੰਗ ਹੀ ਲਾ ਦਿੰਦੇ, ਕਿਸੇ ਦੀ ਅੱਧੀ ਬਾਂਹ, ਕਿਸੇ ਨੂੰ ਲੱਕ ਚੋਂ ਹੀ ਲਾ ਦਿੰਦੇ ਹਨ। ਪ੍ਰਯੋਗੰ ਪ੍ਰਹਾਰੰ ਪ੍ਰਯੋਗੰ ਪ੍ਰਹਾਰੰ ਪ੍ਰਯੋਗੰ ਕਹੀਏ ਗੰਡਾਸੇ ਕੁਹਾੜੇ, ਜਾਂ ਜਿਨ੍ਹਾਂ ਕੋ ਜਿਹੜੇ ਵੀ ਸ਼ਸਤਰ ਹੈਗੇ ਉਹ ਮਾਰਦੇ ਹਨ, ਚਲਾ ਰਹੇ ਸੀ। ਬਕੈ ਮਾਰ ਮਾਰੰ ਤੈ ਮਾਰ ਮਾਰ ਦਾ ਸ਼ਬਦ ਮੁਖੋਂ ਬਕਦੇ ਐ, ਮਾਰ ਲੋ ਮਾਰ ਲੋ, ਛੱਡਣਾ ਨਹੀਂ ਅੱਜ ਕਿਸੇ ਨੂੰ। ਨਦੀ ਰਕਤ ਪੂਰੰ ਇਸ ਤਰ੍ਹਾਂ ਜੰਗ ਲੜਦਿਆਂ ਲੜਦਿਆਂ ਸੂਰਮਿਆਂ ਦੇ ਲਹੂ ਦੇ ਨਾਲ ਤੇ ਨਦੀ ਜਿਹੜੀ ਭਰ ਗਈ ਹੈ ਮਾਨੋ। ਫਿਰੀ ਗਾਣ ਹੋਰੰ ਉਧਰ ਗੈਣ ਕਹੀਏ ਆਕਾਸ਼ ਦੇ ਵਿੱਚ ਅਪਸ਼ਰਾਂ ਹੂਰਾਂ ਫਿਰ ਰਹੀਆਂ ਹਨ, ਦੇਖਦੀਆਂ ਹੋਈਆਂ ਸੂਰਮਿਆਂ ਨੂੰ। ਗਜੇ ਗਾਣ ਕਾਲੀ ਗੱਜੇ ਗੈਣ ਕਾਲੀ, ਉਧਰੋਂ ਕਾਲੀ ਜਿਹੜੀ ਦੇਵੀ ਹੈ ਆਕਾਸ਼ ਵਿੱਚ ਗੱਜ ਰਹੀ ਹੈ ਬਹੁਤ। ਹੱਸੀ ਖਪਰਾਲੀ ਜਿਹੜੀ ਖੱਪਰ ਹੱਥ ਵਿੱਚ ਰੱਖ ਕੇ ਤੇ ਖੂਨ ਪੀਂਦੀ ਹੈ ਐਵੇਂ ਜੰਗ ਦੇ ਮੈਦਾਨ ਵਿੱਚ ਆ ਕੇ ਜੋਗਣੀਆਂ, ਉਹ ਜੋਗਣੀਆਂ ਵੀ ਕਲ ਜੋਗਣਾ ਵੀ ਹੱਸ ਰਹੀਆਂ ਹਨ, ਨਾਲੇ ਖੁਰਾਕ ਪੂਰੀ ਹੋ ਰਹੀ ਉਹਨਾਂ ਦੀ। ਮਹਾਸੂਰ ਸੋਹੰ ਬਹੁਤ ਵੱਡੇ ਵੱਡੇ ਜਿਹੜੇ ਸੂਰਮੇ ਹੈ ਉਹ ਜੰਗ ਦੇ ਮੈਦਾਨ ਵਿੱਚ ਸੋਭ ਰਹੇ ਹਨ। ਮੰਡੇ ਲੋਹ ਕ੍ਰੋਹੰ ਤੇ ਸ਼ਸਤਰ ਜਿਹੜੇ ਹੱਥਾਂ 'ਚ ਫੜੇ ਹੋਏ ਐ, ਕਰੋਹਾਂ ਕਹੀਏ ਬੜੇ ਕ੍ਰੋਧ ਨਾਲ ਮੰਡੇ ਯੁੱਧ ਵਿੱਚ ਲੜ ਰਹੇ ਹਨ, ਗੁੱਸੇ ਵਿੱਚ ਹੋ ਕੇ ਲਾਲੋ ਲਾਲ ਕ੍ਰੋਧ ਨਾਲ ਹੋਏ। ਮਹਾਗਰਭ ਗੱਜਯੰ ਜਾਂ ਲੋਹ ਦਾ ਅਰਥ ਵੀ ਲੋਹੇ ਵਾਂਗ ਲਾਲੋ ਲਾਲ ਹੋਏ ਕ੍ਰੋਧ ਨਾਲ ਮੰਡੇ ਕੇ ਯੁੱਧ ਕਰ ਰਹੇ ਹਨ। ਤਣੰ ਮੇਗਲ ਮਹਾਗਰਭ ਗੱਜਯੰ ਐਵੇਂ ਸੂਰਮੇ ਲੜ ਰਹੇ ਆ, ਕੋਈ ਨਹੀਂ ਕਹਿੰਦਾ ਮੈਂ ਘੱਟ ਹਾਂ, ਜਿਸ ਕਰਕੇ ਬਹੁਤ ਹੰਕਾਰ ਨਾਲ ਗੱਜਦੇ ਲਲਕਾਰੇ ਮਾਰਦੇ ਇੱਕ ਦੂਸਰੇ ਨੂੰ। ਤਣੰ ਮੇਗ ਲੱਜਯੰ ਜਿਨ੍ਹਾਂ ਦੇ ਲਲਕਾਰ ਗੱਜਣ ਨੂੰ ਸੁਣ ਕੇ ਬੱਦਲ ਵੀ ਸ਼ਰਮਸ਼ਾਰ ਹੁੰਦੇ ਉਹ ਆਵਾਜ਼ ਨੂੰ ਸੁਣ ਕੇ। ਸ਼ਕੇ ਲੋਹ ਸ਼ਕੰ ਜਿਹੜੇ ਸ਼ਸਤਰਾਂ ਦੇ ਨਾਲ ਸੂਰਮੇ ਸ਼ੱਕਾਂ ਕਹੀਏ ਸ਼ਸਤਰਾਂ ਦੇ ਸੰਯੁਕਤ ਹੋ ਕੇ ਸ਼ਸਤਰਾਂ ਦੀ ਸਜਾਵਟ ਨਾਲ ਸ਼ਕੇ ਬਹੁਤ ਸੋਭ ਰਹੇ ਹਨ। ਮੁਖੰ ਮਾਰ ਬਕੰ ਮੁਖੋਂ ਮਾਰ ਮਾਰ ਬਕਦੇ ਐ, ਮਾਰ ਲੋ ਖਤਮ ਕਰ ਦਿਓ ਇਹਨਾਂ ਨੂੰ। ਮੁਖੰ ਮੁਖ ਬਕੰ ਮੁਖੋਂ ਜਿਹੜੇ ਹੈ ਨਾ ਸੂਰਮੇ ਤੇ ਬੰਕੰ ਨਹੀਂ ਬੰਕੰ, ਮੁਖੋਂ ਮੁਖ ਦੇ ਉੱਪਰ ਮੁੱਖ ਪਾਠ ਨਹੀਂ ਤੇ ਮੁੱਛ ਹੈ ਪਾਠ। ਮੁਖੰ ਮੁੱਛ ਬੰਕੰ, ਮੁੱਖ ਦੇ ਉੱਪਰ ਜਿਹੜੀਆਂ ਮੁੱਛਾਂ ਉਹ ਟੇਢੀਆਂ ਜਿਹੀਆਂ ਕਰਦੇ ਇੱਕ ਦੂਜੇ ਨੂੰ ਤਾਜ ਹੀ ਦੇ ਕੇ। ਤੇਰੇ ਛਾੜ ਸੰਕੰ ਮਰਨ ਦੀ ਸ਼ੰਕਾ ਛੱਡ ਕੇ ਤੇ ਆਪੋ ਵਿੱਚ ਹੀ ਬੜਾ ਭਿੜੇ ਆ, ਸਿੱਧੇ ਹੋ ਗਏ ਹਨ। ਹਕੰ ਹਾਕ ਬਾਜੀ ਐਵੇਂ ਲਲਕਾਰੇ ਤੇ ਲਲਕਾਰਾ ਵੱਜ ਰਿਹਾ, ਹਾਕੜ ਤੇ ਹਾਕੜ ਵੱਜ ਰਹੀ ਹੈ ਸੂਰਮਿਆਂ ਦੀ। ਘਿਰੀ ਸੈਣ ਸਾਜੀ ਜਿਹੜੀ ਸੈਨਾ ਸਜੀ ਹੋਈ ਸੀ ਉਹ ਆਖਰ ਨੂੰ ਘਿਰੀ ਹੈ ਇੱਕ ਧਿਰ ਦੀ। ਤੇਰੇ ਚਾਰ ਢੁਕੇ ਜਿਹੜੇ ਫਿਰ ਉਹ ਸੂਰਮੇ ਘਿਰੇ ਉਹ ਬੜੇ ਚਿੜੇ ਹਨ ਤੇ ਚਾਰੇ ਪਾਸਿਆਂ ਤੋਂ ਹੀ ਜਿਹੜੇ ਢੁਕੇ ਕਹੀਏ ਢੁਕ ਗਈ ਹੈ ਦੂਸਰੀ ਸੈਨਾ ਫੌਜ। ਮੁਖੰ ਮਾਰ ਕੂਕੇ ਮੁਖੋਂ ਮਾਰ ਮਾਰ ਕੂਕਦੇ ਬੋਲਦੇ ਹਨ। ਰੁਕੇ ਸੂਰ ਸੰਗੰ ਇੱਧਰੋਂ ਸੂਰਮੇ ਜਿਹੜੇ ਘਿਰੇ ਐ ਉਹ ਵੀ ਸੰਗੰ ਉਹ ਵੀ ਸੂਰਮੇ ਜਿਹੜੇ ਐ ਬੜੀ ਸੂਰਮਤਾਈ ਨਾਲ ਰੁਕੇ, ਦੂਜਿਆਂ ਨੂੰ ਰੋਕ ਲਿਆ ਹੈ। ਸੂਰਮੇ ਬਰਸ਼ਿਆਂ ਨਾਲ ਐਵੇਂ ਰੁੱਝੇ ਹੋਏ ਹਨ। ਮਨੋ ਸਿੰਧ ਗੰਗੰ ਰੁਕੇ ਸੂਰ ਸੰਗੰ ਰੁਕੇ ਸੂਰ ਸੰਗੰ ਸਾਂਗੰ ਪਾਠ ਗਲਤ ਹੈ। ਰੁਕੇ ਸੂਰ ਸਾਂਗੰ, ਸੂਰਮੇ ਨੇਜਿਆਂ ਜਿਹੜੇ ਬਰਸ਼ੀਆਂ ਲੋਹੇ ਦੀਆਂ
ਉਹਨਾਂ ਨੂੰ ਲੈ ਕੇ ਤੇ ਰੁਕੇ ਅੜ ਗਏ ਹਨ। ਮਨੋ ਸਿੰਧ ਗੰਗਮ ਮਾਨੋ ਜਿਵੇਂ ਸਮੁੰਦਰ ਤੇ ਗੰਗਾ ਮਿਲ ਜਾਂਦੇ ਹੈ ਤੇ ਉਹ ਅਭੇਦ ਹੋ ਜਾਂਦੇ, ਇਵੇਂ ਉਹ ਜਿਵੇਂ ਉਹਨਾਂ ਦਾ ਮਿਲਣਾ ਹੁੰਦਾ, ਇਵੇਂ ਸੂਰਮੇ ਬਰਛੇ ਹੱਥ 'ਚ ਫੜ ਕੇ ਇੱਕ ਦੂਜੇ ਨਾਲ ਰੁਕ ਗਏ ਹੈ, ਭਾਵ ਸਿੱਧੇ ਹੋ ਕੇ ਜੁਟ ਗਏ ਹਨ। ਕਹੇ ਢਾਲ ਟੱਕੰ ਢਾਲਾਂ ਦੇ ਨਾਲ ਹੀ, ਢਾਲਾਂ ਦੇ ਨਾਲ ਢੱਕਣ ਗਈ ਆਪਣਾ ਆਸਰਾ ਲੈ ਕੇ ਤੇ ਦੂਸਰੇ ਨੂੰ ਢਾ ਲੈਂਦੇ ਹੈ, ਜਾਂ ਢਾਲਾਂ ਨਾਲ ਢੱਕ ਕੇ ਇੱਕ ਸੂਰਮਾ ਜਿਹੜਾ ਕਾਬੂ ਆ ਜਾਂਦਾ ਉਹਨੂੰ ਢਾ ਲੈਂਦੇ ਹਨ। ਕਿਰਪਾਣੰ ਕੜਕੰ ਕਿਰਪਾਣਾਂ ਜਿਹੜੀਆਂ ਕੜਕਾਂ ਮਾਰਦੀਆਂ, ਕੜਕਾਂ ਕਰਦੀਆਂ ਕਿਰਪਾਨਾਂ ਉੱਥੇ। ਹਕੰ ਹਾਕ ਬਾਜੀ ਲਲਕਾਰੇ ਤੇ ਲਲਕਾਰਾ ਵੱਜਦਾ ਹੈ, ਹਾਕੜ ਤੇ ਹਾਕੜ, ਹਾਕ ਤੇ ਹਾਕ ਵੱਜਦੀ ਸੂਰਮਿਆਂ ਦੀ। ਨੱਚੇ ਤੁੰਦ ਤਾਜੀ ਜਿਹੜੇ ਬੜੇ ਘੋੜੇ ਚੰਚਲ ਹੈ, ਤੁੰਦ ਕਹੀਏ ਬੜੇ ਤੇਜ਼ੀ ਨਾਲ ਚੱਲਣ ਵਾਲੇ ਤੇਜ਼ ਘੋੜੇ, ਉਹ ਵੀ ਨੱਚੇ ਹੈ ਮੈਦਾਨੇ ਜੰਗ ਵਿੱਚ। ਰਸੇ ਰੁਦਰ ਪਾਗੇ ਰਸੇ ਰੁਦਰ ਪਾਗੇ, ਜੋ ਰੁਦਰ ਰਸ ਹੈ ਰਣ ਮੈਦਾਨ ਦਾ, ਜੰਗ ਦੇ ਮੈਦਾਨ ਦਾ ਰੁਸਰ ਰੱਦ ਹੁੰਦਾ, ਉਹਦੇ ਵਿੱਚ ਹੀ ਸਾਰੇ ਰੰਗੇ ਹਨ। ਫਿਰੇ ਰੋਸ ਜਾਗੇ ਰੋਸ ਜਾਗਿਆ, ਜਿਸ ਕਰਕੇ ਬੜੇ ਕ੍ਰੋਧ ਨਾਲ ਹੀ ਭਿੜ ਰਹੇ ਹਨ। ਗਿਰੇ ਸੁਧ ਸੇਲੰ ਸੁਧ ਸੇਲੰ, ਤਿੱਖੇ ਨੇਜਿਆਂ ਨਾਲ ਸੂਰਮੇ ਇੱਕ ਦੂਜੇ ਨੂੰ ਮਾਰਦੇ, ਜਿਸ ਕਰਕੇ ਬਹੁਤੇ ਜੰਗ ਦੇ ਮੈਦਾਨ ਵਿੱਚ ਗਿਰੇ ਡਿੱਗ ਪਏ ਐ। ਭਾਈ ਰੇਲ ਪੇਲੰ ਇੱਧਰ ਉੱਧਰ ਧੱਕਮ ਧੱਕਾ ਹੀ ਹੋ ਰਿਹਾ, ਧੱਕੋ ਧੱਕੀ ਹੋ ਰਹੇ ਇੱਕ ਦੂਸਰੇ ਨੂੰ। ਪਲੰਕਾਰ ਨੱਚੇ ਪਲੰਹਾਰ ਨੱਚੇ ਮਾਸ ਨੂੰ ਖਾਣ ਵਾਲੇ ਜਿਹੜੇ ਜੀਵ ਹੈ, ਆਏ ਹੋਏ ਜੋਗਣੀਆਂ ਆਦਿਕ ਸਭ ਨੱਚੇ ਬੜਾ। ਰਣੰ ਵੀਰ ਮੱਚੇ ਇੱਧਰੋਂ ਸੂਰਬੀਰ ਜੰਗ ਦੇ ਮੈਦਾਨ ਵਿੱਚ ਪੂਰੇ ਮੱਚੇ ਹੋਏ ਲੜ ਰਹੇ ਹਨ। ਰਸੰ ਮਾਸਹਾਰੀ ਮਾਸਹਾਰੀ, ਰਸੰਗ ਨਹੀਂ ਹਸੰਗ ਪਾਠ ਉਦੋਂ ਕੀ ਲਿਖਿਆ ਤੂੰ, ਹਸੰਗ ਮਾਸਹਾਰੀ, ਮਾਸਾਹਾਰੀ ਜਿਹੜੇ ਮਾਸ ਦਾ ਭੋਜਨ ਖਾਣ ਵਾਲੇ ਉਹ ਹੱਸੇ ਹਨ। ਨੱਚੇ ਭੂਤ ਭਾਰੀ ਭਾਰੀ ਜਿਹੜੇ ਭੂਤ ਹੈ ਮਾਸ ਖਾਣ ਆਏ ਉਹ ਵੀ ਬੜਾ ਹੱਸੇ ਹਨ, ਉਹ ਵੀ ਨੱਚਦੇ ਹਨ। ਮਹਾ ਢੀਠ ਢੂਕੇ ਹਸੰਗ ਮਾਸਹਾਰੀ ਨਹੀਂ, ਹੱਸੇ ਮਾਸਹਾਰੀ ਪਾਠ ਹੈ, ਨੱਚੇ ਭੂਤ ਭਾਰੀ ਦੇ ਮੁਤਾਬਕ। ਹੱਸੇ ਮਾਸ ਦਾ ਭੋਜਨ ਖਾਣ ਵਾਲੇ ਜੀਵ ਉਹ ਹੱਸੇ ਹੈ, ਭਾਰੀ ਭੂਤ ਵੀ ਬੜਾ ਨੱਚੇ ਹਨ। ਮਹਾ ਢੀਠ ਢੂਕੇ ਬਹੁਤ ਜਿਹੜੇ ਢੀਠ ਹੈ, ਢੀਠ ਹੱਠ ਵਾਲੇ ਸੂਰਮੇ ਢੁਕੇ ਕਹੀਏ ਨੇੜੇ ਨੇੜੇ ਹੋ ਕੇ ਲੜ ਰਹੇ ਹਨ। ਮੁਖੰ ਮਾਰ ਕੂਕੇ ਮੁੱਖੋਂ ਮਾਰ ਮਾਰੀ ਬੋਲਦੇ ਕੂਕਦੇ ਆ, ਮਾਰ ਲੋ। ਗੱਜਾ ਗਾਣ ਦੇਵੀ ਜਿਹੜੀ ਦੇਵੀ ਹੈ ਉਹ ਆਕਾਸ਼ ਵਿੱਚ ਗੱਜ ਰਹੀ ਹੈ, ਕੜਕਾਂ ਮਾਰੀ ਕਿਲਕਾਰੀਆਂ। ਮਹਾ ਅੰਸ ਭੇਵੀ ਜੋ ਮਹਾਕਾਲ ਅਕਾਲ ਪੁਰਖ ਦੀ ਅੰਸ਼ ਤੋਂ ਹੋਈ ਹੈ ਪੈਦਾ। ਭਲੇ ਭੂਤ ਨਾਚੰ ਭੂਤ ਜਿਹੜੇ ਐ ਮਾਸ ਖਾਣ ਵਾਲੇ ਵੀ ਨੱਚ ਰਹੇ ਚੰਗੀ ਤਰ੍ਹਾਂ। ਰਸੰ ਰੁਦਰ ਰਾਚੰ ਰੌਦਰ ਰਸ, ਰਣ ਰੌਦਰ ਰਸ ਦੇ ਵਿੱਚ ਹੀ ਰਚੇ ਹੋਏ ਆ ਸੂਰਮੇ ਸਾਰੇ। ਫਿਰੈ ਬੈਰ ਰੁਜੈ ਇਹ ਬੈਰ ਜਿਹਦੇ ਵਿੱਚ ਫਸੇ ਹੋਏ ਭਿੜ ਰਹੇ ਆ, ਬੜੇ ਭਿੜ ਰਹੇ ਲੜ ਰਹੇ ਹਨ। ਮਹਾ ਜੋਤ ਜੁਜੈ ਮਹਾਜੋਤ ਜੁਝੈ, ਬਹੁਤ ਜਿਹੜੇ ਯੋਧੇ ਆ ਨਾ ਸੂਰਮੇ ਜੰਗ ਕਰਦੇ ਕਰਦੇ ਜੁਝੇ ਹੋਏ ਸ਼ਹੀਦ ਹੋ ਰਹੇ ਹਨ। ਝੰਡਾ ਗੱਡ ਗਾਡੇ ਤੇ ਝੰਡਾ ਆਪਣੇ ਨਿਸ਼ਾਨ ਸਾਹਿਬ ਨੂੰ ਗਾਡੇ ਕਈ ਚੰਗੀ ਤਰ੍ਹਾਂ ਗੱਡ ਰਹੇ, ਧਰਤੀ ਪੁੱਟ ਕੇ ਵੀ ਸਾਡੀ ਜੈ ਜੈਕਾਰ ਹੈ। ਬੱਜੈ ਬੈਰ ਬਾਡੇ ਬੈਰ ਬਹੁਤਾ ਵਧਾ ਕੇ ਤੇ ਬਜੇ ਪਾਠ ਹੈ, ਬਹੁਤਾ ਬੈਰ ਜਾ ਵਧਾ ਕੇ ਲੜ ਰਹੇ ਐ, ਬਜੇ ਲਲਕਾਰੇ ਮਾਰਦੇ ਹਨ, ਗੱਜ ਰਹੇ ਹਨ। ਗਜੰ ਗਾਹ ਬਾਦੇ ਸੂਰਮਿਆਂ ਨੇ ਆਪਣੇ ਸਿਰਾਂ ਦੇ ਉੱਪਰ ਗਜਗਾਹ ਬੰਨੇ ਹੋਏ, ਸਿਰ ਤੇ ਕਫਨ ਬੰਨੇ ਹੋਏ ਆ ਵੀ ਮਰੀ ਜਾਣਾ ਹੈ, ਰਹਿਣਾ ਤੇ ਹੈ ਨਹੀਂ, ਪੂਰੀ ਤਿਆਰੀ ਵਿੱਚ ਹਨ। ਗਜੰ ਗਾਹ ਬਾਦੇ ਜਾਂ ਜੋ ਜੰਗੀ ਗਾਨੇ ਹੈ
ਉਹ ਬੰਨੇ ਹੋਏ ਸਾਰੇ ਸੂਰਮਿਆਂ ਨੇ, ਧਨੁਰਬਾਣ ਸਾਧੇ ਤੇ ਹੱਥਾਂ ਵਿੱਚ ਧਨੁਸ਼ ਤੀਰ ਕਮਾਨ ਸਾਧੇ ਆ, ਪੂਰੇ ਬਿੰਨੇ ਫੜੇ ਹੋਏ ਆ, ਸਾਧੇ ਆ ਵੈਰੀਆਂ ਵੱਲ ਨਿਸ਼ਾਨੇ। ਬਹੇ ਆਪ ਮੱਦੰ ਆਪੋ ਵਿੱਚ ਹੀ ਆਮੋ ਸਾਹਮਣੇ ਹੋ ਕੇ ਬਹੇ ਉਹ ਵਿਚਰਦੇ ਆ, ਹੇਠ ਉੱਪਰ ਹੋ ਰਹੇ, ਘੁਲ ਰਹੇ ਆ, ਮੁੱਕੋ ਮੁੱਕੀ ਗਾਲੋ ਗਾਲੀ ਹੋ ਰਹੇ ਆ। ਗਿਰੇ ਅਦ ਅਦੰ ਜਦੋਂ ਵਾਰ ਹੁੰਦੇ ਆ ਫਿਰ ਸਰੀਰਾਂ ਦੇ ਟੋਟੇ ਅੱਧੋ ਅੱਧੀ ਹੋ ਕੇ ਡਿੱਗ ਰਹੇ ਆ। ਗਜੰ ਬਾਜ ਜੁਜੈ ਉਹ ਜੰਗ ਦੇ ਮੈਦਾਨ ਵਿੱਚ ਹਾਥੀ ਵੀ ਘੋੜੇ ਵੀ ਸ਼ਹੀਦ ਹੋ ਰਹੇ ਆ, ਮਰੇ ਪਏ ਹਨ। ਬਲੀ ਬੈਰ ਰੁਜੈ ਬੜੀ ਬੜੀ ਸੂਰਮੇ ਤਕੜੇ ਬੈਰ ਦੇ ਵਿੱਚ ਫਸੇ ਹੋਏ ਜੰਗ 'ਚ ਵੀ ਪੂਰਾ ਰੁੱਝੇ ਹਨ। ਨਿਰਭੈ ਸ਼ਸਤਰ ਬਾਹੈ ਕਿਸੇ ਨੂੰ ਕੋਈ ਡਰ ਨਹੀਂ ਹੈ, ਕੋਈ ਡਰਦਾ ਨਹੀਂ ਹੈ। ਨਿਰਭੈ ਹੋ ਕੇ, ਭੈ ਤੋਂ ਰਹਿਤ ਹੋ ਕੇ ਸ਼ਸਤਰ ਆਪੋ ਆਪਣੇ ਵਾਹੁੰਦੇ ਚਲਾਉਂਦੇ ਹਨ। ਉਬੈ ਜੀਤ ਚਾਹੈ ਦੋਵੇਂ ਧਿਰ, ਦੋਵੇਂ ਪਾਸਿਆਂ ਦੇ ਸੂਰਮੇ ਆਪਣੀ ਜਿੱਤ ਚਾਹੁੰਦੇ ਆ ਵੀ ਸਾਡੀ ਜਿੱਤ ਹੋ ਜੇ, ਇਸ ਕਰਕੇ ਕੋਈ ਕਸਰ ਨਹੀਂ ਛੱਡ ਰਹੇ ਜੰਗੇ ਮੈਦਾਨ ਵਿੱਚ। ਗਜੇ ਆਨ ਗਾਜੀ ਗਾਜੀ ਜਿਹੜੇ ਸੂਰਮੇ ਆ ਉਹ ਮੈਦਾਨ ਵਿੱਚ ਆਣ ਆਣ ਕੇ ਗੱਜ ਰਹੇ ਹਨ। ਨੱਚੇ ਤੰਦ ਤਾਜੀ ਜਿਹੜੇ ਤਾਜੀ ਘੋੜੇ ਆ ਤੇਜ ਤਰਾਰੇ ਚੰਚਲ, ਉਹ ਵੀ ਨੱਚ ਟੱਪ ਰਹੇ ਆ, ਭਾਵ ਤਾਨੂੰ ਪੌੜ ਜੇ ਮਾਰਦੇ ਹਿਣਕਦੇ ਆ। ਹਕੰ ਹਾਕ ਬੱਜੀ ਹਾਕ ਲਰੌਲੇ ਗੋਲਾ, ਲਲਕਾਰੇ ਤੇ ਲਲਕਾਰਾ ਵੱਜ ਰਿਹਾ ਹੈ। ਫਿਰ ਸਾਨ ਭੱਜੀ ਤੇ ਸੈਨਾ ਇੱਧਰ ਉੱਧਰ ਭੱਜੀ ਫਿਰਦੀ ਹੈ। ਮਦਨ ਮਦ ਮਾਤੇ ਕਈ ਕ ਜਿਹੜੇ ਸੂਰਮੇ ਆ ਉਹ ਤੇ ਸ਼ਰਾਬ ਉਹਨਾਂ ਨੇ ਕਈਆਂ ਨੇ ਡਫੀ ਹੋਈ ਹੈ, ਤੇ ਕਈ ਤਾਂ ਉੱਦਾਂ ਹੀ ਸ਼ਰਾਬੀਆਂ ਵਾਂਗ ਮਸਤ ਹੋ ਕੇ ਤੁਰ ਫਿਰ ਜੰਗ 'ਚ ਪੂਰਾ ਹੀ ਬਾਹੋ ਦਾਹੀ ਲੜ ਰਹੇ। ਰਸੰ ਰੁਦਰ ਰਾਤੇ ਰਸੰ ਜਿਹੜਾ ਰੁਦਰ ਰਸ ਹੈ ਉਹਦੇ ਵਿੱਚ ਰੱਤੇ ਪਏ ਤਦਾਕਾਰ ਹੋਏ ਪਏ ਹਨ। ਗਜੰ ਜੂਹ ਸਾਜੇ ਸਮੂਹ ਜਿਹੜੇ ਹਾਥੀ ਹੈ ਉਹ ਸਜੇ ਹੋਏ ਹਨ। ਫਿਰੇ ਰੋਸ ਬਾਜੇ ਹਾਥੀਆਂ ਦੇ ਝੁੰਡ ਸੱਜੇ ਹੈ, ਤੇ ਬੜੇ ਕ੍ਰੋਧ ਨਾਲ ਸੂਰਮੇ ਜਿਹੜੇ ਨਾ ਵੱਜ ਕੇ ਸੱਜ ਵੱਜ ਕੇ ਭੇੜੇ ਭਿੜ ਰਹੇ ਲੜ ਰਹੇ ਹਨ। ਝਮੀ ਤੇਜ ਤੇਗੰ ਤੇਗਾਂ ਤਲਵਾਰਾਂ ਤੇਜ ਤਰਾਰੀਆਂ ਤਿੱਖੀਆਂ ਝਮੀ ਕਹੀਏ ਬਹੁਤ ਚਮਕਦੀਆਂ ਲਿਸ਼ਕਦੀਆਂ ਬਿਜਲੀ ਵਾਂਗ। ਕਣੰ ਬਿਜ ਬੇਗੰ ਮਾਣੋ ਕਿ ਜਿਵੇਂ ਬਹੁਤ ਹੀ ਬਿਜਲੀਆਂ ਜਿਹੜੀਆਂ ਬੜੀ ਤੇਜ਼ੀ ਨਾਲ ਚਮਕ ਰਹੀਆਂ ਲਿਸ਼ਕ ਰਹੀਆਂ ਹਨ। ਬਹੇ ਬਾਰ ਬਾਰੀ ਵੈਰੀ ਜਿਹੜੇ ਹੈ ਉਹ ਵਾਰ ਬਹੁਤ ਵਾਰ ਕਰਦੇ ਹਨ। ਜਲੰ ਬਹੇ ਹਾਂ ਹਾਂ ਬਹੇ ਬਾਰ ਬਾਰੀ ਆ ਵੈਰੀਆਂ ਦੇ ਹੈ ਤੇ ਆਪੋ ਵਿੱਚ ਦੋਵੇਂ ਵੈਰੀ ਭਾਵ ਇੱਕ ਦੂਜੇ ਨੂੰ ਵੈਰੀ ਸਮਝ ਕੇ ਵਾਰ ਬਹੁਤ ਨਾ ਵਾਹੁੰਦੇ ਆ, ਬਹੁਤ ਵਾਰ ਕਰਦੇ ਹਨ। ਜਲੰ ਜੋ ਗੰਗਾਰੀ ਜਿਵੇਂ ਗੰਗਾ ਦੇ ਵਿੱਚ ਜਲ ਵਹਿੰਦਾ ਐਵੇਂ ਵਾਰ ਵਹਿੰਦੇ ਆ, ਵਾਰ ਵਰਾਉਂਦੇ ਇੱਕ ਦੂਸਰੇ ਉੱਪਰ। ਆਪੋ ਆਪ ਬਾਹੰ ਆਪੋ ਹਾਂ ਹਾਂ ਆਪੋ ਆਪ ਆਪੋ ਆਪ ਬਾਹੰ ਆਪੋ ਆਪ ਆਮੋ ਸਾਹਮਣੇ ਹੋ ਕੇ ਸੂਰਮੇ ਸ਼ਸਤਰ ਚਲਾਉਂਦੇ ਵਾਹੁੰਦੇ ਹਨ। ਉਬੈ ਜੀਤ ਚਾਹੰ ਹਰ ਕੋਈ ਦੋਵੇਂ ਪਾਸਿਆਂ ਤੋਂ ਆਪੋ ਆਪਣੀ ਜਿੱਤ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਜਿੱਤ ਜਾਈਏ, ਉਹ ਕਹਿੰਦੇ ਅਸੀਂ ਜਿੱਤ ਜਾਈਏ। ਰਸੰ ਰੁਦਰ ਰਾਤੇ ਜਿਵੇਂ ਰੁਦਰ ਰਸ ਵਿੱਚ ਭਾਵ ਬੜੇ ਭਿਆਨਕ ਰਸ ਵਿੱਚ ਰੱਤੇ ਰੰਗੇ ਰਤਦਾਕਾਰ ਹੋਏ ਹਨ। ਮਹਾਮਦ ਮਾਤੇ ਬਹੁਤ ਮੱਤ ਕਹੀਏ ਹੰਕਾਰ ਦੇ ਵਿੱਚ ਮਸਤੇ ਹੋਏ ਹਨ। ਬੜੇ ਮਹਾਮਤ ਜਾਂ ਮੌਤ ਨਸ਼ੇ ਦੇ ਵਿੱਚ ਮਸਤੇ ਹੋਏ ਆ, ਜਾਂ ਮਹਾਮਤ ਹੰਕਾਰ ਦੇ ਵਿੱਚ ਪੂਰਾ ਮਸਤ ਹੋਏ ਹਨ ਮਸਤੀ ਦੇ ਵਿੱਚ। ਜਿਸ ਕਰਕੇ ਸੂਰਮੇ ਨਿਝੱਕ ਹੋ ਕੇ ਨਿਡਰ ਹੋ ਕੇ ਲੜ ਰਹੇ ਹਨ, ਨਿਸੰਗ ਹੋ ਕੇ, ਕੋਈ ਫਿਕਰ ਨਹੀਂ ਕਿਸੇ ਨੂੰ ਮਰਨ ਦਾ। ਦੋਵੇਂ ਧਿਰ ਚਾਹੁੰਦੇ ਜਿੱਤ ਜਾਈਏ। ਇਵੇਂ ਗੁਰੂ ਸਾਹਿਬ ਜੀ ਜਿਵੇਂ ਸੋਢ ਬੰਸ ਦਾ ਇੱਧਰ
ਲਹੂ ਜੋ ਲਹੂ ਲਾਹੌਰ ਦਾ ਸੀ ਨਿਵਾਸੀ ਸੋਢ ਬੰਸ ਜਿੱਥੋਂ ਅੱਗੇ ਚੱਲੀ ਸੋਢ ਬੰਸ ਦਾ ਅਤੇ ਜਿਵੇਂ ਕਾਲਕੇ ਦੀ ਬੰਸ ਦਾ ਅੱਗੇ ਜੰਗ ਯੁੱਧ ਹੋਇਆ ਉਹ ਗੁਰੂ ਮਹਾਰਾਜ ਜੀ ਤੀਸਰੇ ਅਧਿਆਏ ਵਿੱਚ ਕਥਨ ਕਰ ਰਹੇ ਹਨ। ਰਹਿੰਦਾ ਜਿਹੜਾ ਪ੍ਰਸੰਗ ਉਹ ਹੈ ਤੀਸਰੇ ਅਧਿਆਏ ਦਾ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਜਿਹੜੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣ ਵਾਲੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਿਚਾਰਾਂ ਦੀ ਸਮਾਪਤੀ। ਆਪੋ ਆਪ ਬਾਹੰ ਉਬੈ ਜੀਤ ਚਾਹੰ ਰਸੰ ਰੁਦਰ ਰਾਤੇ ਮਹਾ ਮਦ ਮਾਤੇ। ਮਹਾ ਮਤ ਮਾਤੇ ਇਹ ਪਾਠ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।